स्टार्ट। पंजाब ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੰਗੂ ਧੌਣ ਨੇੜੇ ਮੁਕਤਸਰ ਬਠਿੰਡਾ ਮੁੱਖ ਮਾਰਗ ਉੱਤੇ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ ਮਗਨਰੇਗਾ ਤਹਿਤ ਕੰਮ ਕਰ ਰਹੇ ਮਜ਼ਦੂਰਾਂ ਦੀ ਕਾਰ ਹੇਠ ਆਉਣ ਕਾਰਨ ਹੋਈ ਮੌਤ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਡੰਡੀ ਮਰਨ ਵਾਲਿਆਂ ਵਿੱਚ 3 ਔਰਤਾਂ ਸਨ ਅਤੇ 1 ਮਰਦ। ਡੰਡੀ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ। ਡੰਡੀ ਇਹਨਾਂ ਵਿੱਚੋਂ 2 ਦੀ ਉਮਰ 35 ਸਾਲ ਸੀ, ਇੱਕ ਦੀ 42 ਅਤੇ ਇੱਕ ਹੋਰ ਦੀ 52 ਸਾਲ। ਡੰਡੀ ਉਮਰ ਦੇ ਇਸ ਪੜਾਅ ਉੱਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਠਾਉਣ ਦੀ ਲੋੜ ਸਭ ਤੋਂ ਵੱਧ ਮਹਿਸੂਸ ਹੁੰਦੀ ਹੈ। ਡੰਡੀ ਇਸ ਸੜਕ ਕਿਨਾਰੇ ਪਹਾੜੀ ਕਿੱਕਰਾਂ ਅਤੇ ਹੋਰ ਘਾਹ ਫੂਸ ਸਾਫ਼ ਕਰਨ ਲਈ ਲਗਭਗ 80 ਮਗਨਰੇਗਾ ਕੰਮ ਉੱਤੇ ਲਗਾਏ ਗਏ ਸਨ। ਡੰਡੀ ਜਾਣਕਾਰੀ ਅਨੁਸਾਰ ਭਾਵੇਂ ਪੁਲਿਸ ਥਾਣੇ ਵਿੱਚ ਪਰਚਾ ਦਰਜ ਹੋ ਗਿਆ, ਪਰ ਵਿਭਾਗੀ ਪੱਧਰ ਉੱਤੇ ਅਜੇ ਤੱਕ ਜਾਂਚ ਦੇ ਹੁਕਮ ਨਹੀਂ ਦਿੱਤੇ ਗਏ। ਡੰਡੀ ਕੁਝ ਮੁਆਵਜ਼ਾ ਦੇ ਕੇ ਕੰਮ ਨਿਬੇੜ ਦੇਣ ਦੀ ਪ੍ਰਕਿਰਿਆ ਜਾਰੀ ਹੈ। ਡੰਡੀ ਭਰਾ ਮਗਨਰੇਗਾ ਤਹਿਤ ਸਰੀਰਕ ਕੰਮ ਕਰਨ ਦੇ ਚਾਹਵਾਨ ਪਿੰਡ ਦੇ ਨਿਵਾਸੀ ਨੂੰ 100 ਦਿਨ ਦੇ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਦਿੱਤੀ ਗਈ ਹੈ। ਡੰਡੀ ਕੰਮ ਵਾਸਤੇ ਸੰਬੰਧਿਤ ਮਜ਼ਦੂਰ ਨੂੰ ਅਰਜ਼ੀ ਦੇਣੀ ਪੈਂਦੀ ਹੈ ਅਤੇ ਕੰਮ ਦੇ ਦਿਨਾਂ ਬਾਰੇ ਵੀ ਦੱਸਣਾ ਹੁੰਦਾ ਹੈ। ਡੰਡੀ ਕੋਈ ਮਜ਼ਦੂਰ 14 ਦਿਨ ਤੋਂ ਘੱਟ ਕੰਮ ਨਹੀਂ ਮੰਗ ਸਕਦਾ ਅਤੇ ਪੰਚਾਇਤ ਜਾਂ ਪ੍ਰਸ਼ਾਸਨ 14 ਦਿਨ ਤੋਂ ਘੱਟ ਕੰਮ ਦੇ ਵੀ ਨਹੀਂ ਸਕਦੇ। ਡੰਡੀ ਸਮੇਂ ਸਿਰ ਕੰਮ ਨਾ ਮਿਲਣ 'ਤੇ ਮਜ਼ਦੂਰ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹੁੰਦੇ ਹਨ। ਡੰਡੀ ਮੰਗੇ ਗਏ ਕੰਮ ਵਾਸਤੇ ਇੱਕ ਪ੍ਰੋਜੈਕਟ ਬਣਾਉਣਾ ਹੁੰਦਾ ਹੈ, ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਬਲਾਕ ਦੇ ਪ੍ਰੋਗਰਾਮ ਅਫਸਰ ਭਾਵ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੀ ਹੁੰਦੀ ਹੈ। ਡੰਡੀ ਪ੍ਰੋਜੈਕਟ ਦੇ 2 ਹਿੱਸੇ ਹਨ। ਪ੍ਰੋਜੈਕਟ ਉੱਤੇ ਕਿੰਨੀਆਂ ਦਿਹਾੜੀਆਂ ਦੀ ਲੋੜ ਹੋਵੇਗੀ ਅਤੇ ਉਸ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਲਾਗਤ ਕੀ ਹੋਵੇਗੀ। ਡੰਡੀ ਸੰਬੰਧਿਤ ਪ੍ਰੋਜੈਕਟ ਦੇ ਹਿਸਾਬ ਨਾਲ ਹਰ ਮਜ਼ਦੂਰ ਨੂੰ ਨਿਯੁਕਤੀ ਪੱਤਰ ਦਿੱਤਾ ਜਾਣਾ ਜ਼ਰੂਰੀ ਹੈ। ਡੰਡੀ ਪੈਰਾ ਇਸ ਘਟਨਾ ਨਾਲ ਕਈ ਪ੍ਰਸ਼ਨ ਉੱਭਰਦੇ ਹਨ ਕਿ ਇਹਨਾਂ ਮਜ਼ਦੂਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੰਮ ਦਿੱਤਾ ਗਿਆ ਸੀ। ਪ੍ਰਸ਼ਨ ਚਿੰਨ੍ਹ ਇਸ ਜ਼ਿੰਮੇਵਾਰੀ ਤੋਂ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਬਰੀ ਨਹੀਂ ਹੋ ਸਕਦੇ। ਡੰਡੀ ਜੇਕਰ ਕੰਮ ਦੌਰਾਨ ਸੱਟ ਲੱਗ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਆਯੁਸ਼ਮਾਨ ਯੋਜਨਾ ਤਹਿਤ ਮੁਫਤ ਇਲਾਜ ਅਤੇ ਦਿਹਾੜੀ ਵੀ ਮਿਲਦੀ ਰਹਿਣੀ ਹੈ। ਡੰਡੀ ਇਸੇ ਯੋਜਨਾ ਤਹਿਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬੀਮੇ ਦੀ ਰਾਸ਼ੀ ਵੀ ਮਿਲਦੀ ਹੈ। ਡੰਡੀ ਪੰਜਾਬ ਵਿੱਚ ਆਮ ਪ੍ਰਚਲਿਤ ਰਿਹਾ ਹੈ ਕਿ ਬਿਨਾਂ ਕਿਸੇ ਪ੍ਰੋਜੈਕਟ ਅਤੇ ਨਿਯੁਕਤੀ ਪੱਤਰ ਦੇ ਹੀ ਮਗਨਰੇਗਾ ਕਾਮਿਆਂ ਨੂੰ ਕੰਮ ਉੱਤੇ ਲਗਾ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹ ਸੁਵਿਧਾਵਾਂ ਤੋਂ ਵਾਂਝੇ ਰਹਿੰਦੇ ਹਨ। ਡੰਡੀ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਪੀੜਤਾਂ ਨੂੰ ਯੋਗ ਸਹਾਇਤਾ ਦਿੱਤੀ ਜਾਵੇ। ਡੰਡੀ ਸਟਾਰਟ।
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਪਾਰਟੀ ਦੀ ਸਿਆਸੀ ਜ਼ਰੂਰਤ ਸੀ ਡੰਡੀ। ਜੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਪਾਰਟੀ ਕਿਸੇ ਹੋਰ ਆਗੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਦੀ ਤਾਂ ਦਲਿਤ ਭਾਈਚਾਰੇ ਦਾ ਵੱਡਾ ਹਿੱਸਾ ਪਾਰਟੀ ਦੇ ਵਿਰੁੱਧ ਭੁਗਤਣਾ ਸੀ ਡੰਡੀ। ਪਾਰਟੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਅਜਿਹਾ ਸਿਆਸੀ ਕਦਮ ਚੁੱਕਿਆ ਸੀ ਜਿਸ ਨੂੰ ਵਾਪਸ ਲੈਣਾ ਲਗਭਗ ਨਾਮੁਮਕਿਨ ਸੀ ਡੰਡੀ। ਮੁੱਖ ਮੰਤਰੀ ਬਦਲਣ ਸਮੇਂ ਸੁਨੀਲ ਜਾਖੜ ਨੂੰ ਪਾਰਟੀ ਦੇ ਬਹੁਗਿਣਤੀ ਵਿਧਾਇਕਾਂ ਦੀ ਹਮਾਇਤ ਹਾਸਲ ਸੀ, ਪਰ ਪਾਰਟੀ ਹਾਈਕਮਾਨ ਸਿੱਖ ਸਿਆਸਤਦਾਨ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ ਡੰਡੀ। ਜੇ ਪਾਰਟੀ ਜਾਖੜ ਨੂੰ ਮੁੱਖ ਮੰਤਰੀ ਬਣਾ ਦਿੰਦੀ ਤਾਂ ਉਹ ਵੀ ਸੂਬੇ ਦੀ ਸਿਆਸਤ ਵਿੱਚ ਇੱਕ ਵੱਡਾ ਮੋੜ ਸਾਬਤ ਹੋ ਸਕਦਾ ਸੀ ਡੰਡੀ। ਜਾਖੜ ਨੇ ਪ੍ਰਧਾਨਗੀ ਦੇ ਅਹੁਦੇ ਨੂੰ ਬਹੁਤ ਜ਼ਿੰਮੇਵਾਰੀ ਅਤੇ ਸੰਤੁਲਨ ਨਾਲ ਸੰਭਾਲਿਆ ਸੀ ਡੰਡੀ। ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਨਵੇਂ ਬਣਾਏ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਜ਼ਮੀਨੀ ਪੱਧਰ 'ਤੇ ਨਵੇਂ ਸਿਆਸੀ ਸਮੀਕਰਨਾਂ ਨੂੰ ਵਿਗਾੜ ਸਕਦਾ ਸੀ ਡੰਡੀ। ਮੁੱਖ ਪ੍ਰਸ਼ਨ ਇਹ ਹੈ ਕਿ ਚੰਨੀ ਕਿੰਨੇ ਵੱਡੇ ਪੈਮਾਨੇ 'ਤੇ ਵੋਟਾਂ ਕਾਂਗਰਸ ਦੇ ਹੱਕ ਵਿੱਚ ਭੁਗਤਾ ਸਕਦਾ ਹੈ ਡੰਡੀ। ਮਾਲਵੇ ਵਿੱਚ ਕਾਂਗਰਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ ਡੰਡੀ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਪੈਰੋਲ ਮਿਲਣਾ ਵੀ ਮਾਲਵੇ ਵਿੱਚ ਵੋਟਾਂ ਨੂੰ ਪ੍ਰਭਾਵਿਤ ਕਰੇਗਾ ਡੰਡੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਕਿਸੇ ਪੱਧਰ 'ਤੇ ਸਮਝੌਤੇ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਡੰਡੀ। ਅਜਿਹੀ ਪਹਿਲ ਕਦਮੀ ਆਪ ਅਤੇ ਕਾਂਗਰਸ ਦੋਵਾਂ ਨੂੰ ਨੁਕਸਾਨ ਪਹੁੰਚਾਏਗੀ ਡੰਡੀ। ਪੈਰਾ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਆਗਾਮੀ ਵਿਧਾਨ ਸਭਾ ਵਿੱਚ ਉਸ ਨੂੰ ਫਿਰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਕਈ ਪੱਖਾਂ ਤੋਂ ਇਤਿਹਾਸਕ ਹੈ ਡੰਡੀ। ਇਸ ਨੇ ਦਲਿਤ ਭਾਈਚਾਰੇ ਨੂੰ ਸਿਆਸਤ ਦਾ ਕੇਂਦਰ ਬਿੰਦੂ ਬਣਾਇਆ ਹੈ ਡੰਡੀ। ਕਾਂਗਰਸ ਦੇ ਹੋਰ ਵਰਗਾਂ ਦੇ ਹਮਾਇਤੀਆਂ ਵਿੱਚ ਵੀ ਚੰਨੀ ਦੇ ਮੁੱਖ ਮੰਤਰੀ ਬਣਨ ਦਾ ਕੋਈ ਵਿਰੋਧ ਨਹੀਂ ਹੋਇਆ ਅਤੇ ਉਹ ਸਹਿਮਤੀ ਵਾਲਾ ਉਮੀਦਵਾਰ ਬਣ ਕੇ ਉੱਭਰਿਆ ਹੈ ਡੰਡੀ। ਆਪ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਨੇ ਪਾਰਟੀ ਕਾਰਕੁਨਾਂ ਵਿੱਚ ਜੋਸ਼ ਪੈਦਾ ਕੀਤਾ ਹੈ। ਉਹਨਾਂ ਨੂੰ ਪਹਿਲੀ ਵਾਰ ਆਸ ਦੀ ਕਿਰਨ ਦਿਖਾਈ ਦਿੱਤੀ ਹੈ ਕਿ ਪੰਜਾਬ ਦੀ ਆਪ ਦੀ ਵਾਗਡੋਰ ਪੰਜਾਬੀ ਲੀਡਰਸ਼ਿਪ ਦੇ ਹੱਥ ਵਿੱਚ ਆ ਸਕਦੀ ਹੈ ਡੰਡੀ। ਮਾਨ ਲੰਮੇ ਸਮੇਂ ਤੋਂ ਆਪਣੇ ਆਪ ਨੂੰ ਗੰਭੀਰ ਸਿਆਸਤਦਾਨ ਵਜੋਂ ਪੇਸ਼ ਕਰਨ ਦਾ ਯਤਨ ਕਰ ਰਿਹਾ ਹੈ ਡੰਡੀ। ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਵੀ ਬਿਹਤਰ ਹੋਈ ਹੈ ਡੰਡੀ। ਪਾਰਟੀ ਕੋਲ ਸਥਾਨਕ ਪੱਧਰ 'ਤੇ ਸਰਗਰਮ ਕਾਰਕੁਨ ਮੌਜੂਦ ਹਨ ਅਤੇ ਸੁਖਬੀਰ ਸਿੰਘ ਬਾਦਲ ਹਲਕਾ ਪੱਧਰ 'ਤੇ ਚੋਣ ਪ੍ਰਬੰਧ ਕਰਨ ਵਿੱਚ ਮਾਹਰ ਹੈ ਡੰਡੀ। ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦਾ ਪ੍ਰਭਾਵ ਕੁਝ ਸ਼ਹਿਰੀ ਸੀਟਾਂ ਤੱਕ ਸੀਮਤ ਰਹਿਣ ਦੀ ਸੰਭਾਵਨਾ ਹੈ ਡੰਡੀ। ਸਟਾਰਟ
ਕਿਸਾਨ ਅੰਦੋਲਨ ਸਾਲ ਬਾਅਦ ਪੱਤਣ ਆਣ ਲੱਗਾ ਡੰਡੀ। ਇਸ ਅੰਦੋਲਨ ਨੇ ਹਰ ਵਰਗ ਦੇ ਲੋਕਾਂ ਨੂੰ ਮੇਲ ਜੋਲ ਕੇ ਵੱਡਾ ਪਲੇਟਫਾਰਮ ਸਿਰਜਿਆ ਡੰਡੀ। ਟਰਾਲੀਆਂ ਤੇ ਪੱਲੀਆਂ ਪਾ ਕੇ ਬਣਾਏ ਛੋਟੇ ਛੋਟੇ ਘਰਾਂ ਤੋਂ ਸ਼ੁਰੂ ਹੋ ਕੇ ਸਿੰਘੂ ਬਾਰਡਰ 'ਤੇ ਹੌਲੀ ਹੌਲੀ ਇੱਕ ਪਿੰਡ ਵਸ ਗਿਆ ਡੰਡੀ। ਪਿੱਛੇ ਪ੍ਰਾਂਤ ਵਿੱਚ ਟੋਲ ਪਲਾਜ਼ਿਆਂ 'ਤੇ ਬੈਠ ਕਿਸਾਨ ਇਸ ਅੰਦੋਲਨ ਦੇ ਕਈ ਮਿੰਨੀ ਸਰੂਪ ਨਜ਼ਰ ਆਉਣ ਲੱਗੇ ਡੰਡੀ। ਔਰਤਾਂ, ਮਜ਼ਦੂਰਾਂ, ਬੁੱਧੀਜੀਵੀਆਂ, ਗੀਤਕਾਰਾਂ, ਗਾਇਕਾਂ, ਸਮਾਜ ਚਿੰਤਕਾਂ ਤੇ ਵਿਦਿਆਰਥੀਆਂ ਹਰ ਵਰਗ ਨੇ ਕਿਸਾਨ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਡੰਡੀ। ਢਾਡੀਆਂ ਦੀਆਂ ਵਾਰਾਂ ਦਾ ਗਾਉਣ ਗੂੰਜਿਆ ਤੇ ਲੰਗਰ ਛਕਾਉਣ ਵਾਲਿਆਂ ਪੱਲੋ ਪੱਲੀ ਵਹੀਰਾਂ ਘੱਤ ਲਈਆਂ ਡੰਡੀ। ਕਿਸਾਨ ਅੰਦੋਲਨ ਦਾ ਭਰਿਆ ਦਰਿਆ ਧਰਮ, ਊਚ ਨੀਚ, ਫਿਰਕੇ ਤੇ ਖੇਤਰੀ ਹਾਵ ਭਾਵ ਦੇ ਵਖਰੇਵਿਆਂ ਤੋਂ ਨਿਰਲੇਪ ਹੋ ਕੇ ਵਗਿਆ ਡੰਡੀ। ਕਿਸਾਨ ਅੰਦੋਲਨ ਭਾਈਚਾਰਕ ਸਾਂਝ ਦੀ ਮਗਦੀ ਮਿਸਾਲ ਹੈ ਡੰਡੀ ਭਰਾ। ਭਾਈਚਾਰਕ ਸਾਂਝ ਦੇ ਨਾਲ ਨਾਲ ਕਿਸਾਨ ਅੰਦੋਲਨ ਨੇ ਪਰਿਵਾਰਕ ਸੰਬੰਧਾਂ ਨੂੰ ਵੀ ਮਜ਼ਬੂਤ ਕੀਤਾ ਡੰਡੀ। ਕਿਸਾਨ ਤੇ ਉਹਨਾਂ ਦੇ ਪਰਿਵਾਰ ਭਾਵੇਂ ਹੱਥੀਂ ਕੰਮ ਕਰਨ ਦੇ ਪ੍ਰਤੱਖ ਤੇ ਵਿਸ਼ੇਸ਼ ਪ੍ਰਮਾਣ ਹਨ, ਪਰ ਇਸ ਅੰਦੋਲਨ ਨੇ ਹੱਥੀਂ ਕੰਮ ਕਰਨ ਦੇ ਪੂਰਨਿਆਂ ਨੂੰ ਹੋਰ ਗੂੜ੍ਹਾ ਕਰਕੇ ਉਕਰਿਆ ਡੰਡੀ। ਅੰਦੋਲਨ ਸ਼ੁਰੂ ਹੁੰਦਿਆਂ ਹੀ ਵਟਸਐਪ 'ਤੇ ਇੱਕ ਤਸਵੀਰ ਵਾਇਰਲ ਹੋਈ ਜਿੱਥੇ 5 ਔਰਤਾਂ ਇੱਕੋ ਕਤਾਰ ਵਿੱਚ ਕਣਕ ਤੇ ਨਦੀਨ ਸਪਰੇਅ ਕਰਦੀਆਂ ਹਨ ਡੰਡੀ। ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਦੀਆਂ ਫਸਲਾਂ ਨੂੰ ਪਿੰਡ ਵਾਲਿਆਂ ਅਤੇ ਸਕੇ ਪਰਿਵਾਰਾਂ ਨੇ ਸਾਂਭਿਆ ਡੰਡੀ। ਸ਼ਰੀਕੇਬਾਜ਼ੀ ਸਾਡੇ ਪੇਂਡੂ ਖੇਤਰ 'ਤੇ ਇੱਕ ਦਾਗ ਹੈ, ਪਰ ਇਸ ਅੰਦੋਲਨ ਦੌਰਾਨ ਪਹਿਲੀ ਵਾਰ ਇਸ ਦਾਗ ਦਾ ਰੰਗ ਫਿੱਕਾ ਪਿਆ ਵੇਖਿਆ ਡੰਡੀ। ਮੇਰੇ ਦਫ਼ਤਰ ਦੇ ਇੱਕ ਹਿੰਦੂ ਸਹਿਕਰਮੀ ਨੂੰ ਮੈਂ ਦਸੰਬਰ 2020 ਦੀ ਇੱਕ ਸਵੇਰ ਸੁਸਤ ਤੇ ਉਦਾਸ ਮਹਿਸੂਸ ਕੀਤਾ ਡੰਡੀ। ਪੁੱਛਣ 'ਤੇ ਉਸਨੇ ਦੱਸਿਆ ਕਿ ਮੇਰੀ ਪਤਨੀ ਨੇ ਬੱਚਿਆਂ ਤੇ ਔਰਤਾਂ ਨੂੰ ਇੰਨੀ ਠੰਡ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਚੰਡੀਗੜ੍ਹ ਦੇ ਚੌਂਕਾਂ ਵਿੱਚ ਖੜ੍ਹੇ ਵੇਖਿਆ ਡੰਡੀ। ਕੱਲ੍ਹ ਸ਼ਾਮ ਗੱਲ ਸੁਣਾਉਂਦੀ ਉਹ ਬੇਹੋਸ਼ ਜਿਹੀ ਹੋ ਗਈ ਸੀ ਡੰਡੀ। ਹਫ਼ਤੇ ਕੁ ਬਾਅਦ ਮੈਂ ਪਰਿਵਾਰ ਦਾ ਹਾਲ ਪੁੱਛਿਆ ਡੰਡੀ। ਅੱਜ ਉਹ ਟੈਕ ਵਿੱਚ ਸੀ। ਉਹ ਕਹਿੰਦਾ ਪਤਨੀ ਬਿਸਕੁਟਾਂ ਦੇ ਪੈਕਟ ਅਤੇ ਚਾਹ ਦੀ ਥਰਮੋਸ ਭਰ ਕੇ ਲੈ ਜਾਂਦੀ ਅਤੇ ਚੌਂਕਾਂ ਵਿੱਚ ਖੜ੍ਹੀਆਂ ਔਰਤਾਂ ਨੂੰ ਛਕਾ ਆਉਂਦੀ ਹੈ ਡੰਡੀ। ਉਹ ਕਹਿੰਦਾ ਕਿਸਾਨ ਅੰਦੋਲਨ ਦੌਰਾਨ ਪਤਨੀ ਵੱਲੋਂ ਸਵਾਦਲੀ ਚਾਹ ਬਣਾਉਣ ਦੇ ਦਰਜੇ ਵਿੱਚ ਚੋਖਾ ਵਾਧਾ ਹੋਇਆ ਡੰਡੀ। ਕਿਸਾਨ ਅੰਦੋਲਨ ਨੇ ਆਪਣੇ ਉਹਨਾਂ ਪਰਿਵਾਰਾਂ ਨੂੰ ਵੀ ਬੁੱਕਲ ਵਿੱਚ ਲੈ ਲਿਆ ਜਿਨ੍ਹਾਂ ਦਾ ਖੇਤੀ ਨਾਲ ਕੋਈ ਸੰਬੰਧ ਵੀ ਨਹੀਂ ਸੀ ਡੰਡੀ ਭਰਾ। 2 ਹੰਝੂਆਂ ਨੇ ਹਰਿਆ ਕੀਤਾ ਕੋਹਾਂ ਤੱਕ ਜੋ ਬੰਜਰ ਸੀ। ਗੀਤ ਸੰਗੀਤ ਤੇ ਕਾਵਿ ਟੋਟਕਿਆਂ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ ਡੰਡੀ। ਗੂੰਜਦੇ ਬੋਲਾਂ ਨੇ ਪੋਹ ਮਾਘ ਦੇ ਦਿਨਾਂ ਵਿੱਚ ਵੀ ਸਿਆਣੇ ਸਰੀਰਾਂ ਨੂੰ ਨਿੱਘੇ ਰੱਖਿਆ ਡੰਡੀ। ਇਸ ਸਫ਼ਰ ਦੌਰਾਨ ਪੂਰਾ ਵਰ੍ਹਾ ਅਨੇਕਾਂ ਵੀਡੀਓਜ਼ ਵਟਸਐਪ ਗਰੁੱਪਾਂ 'ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਡੰਡੀ। ਕਿਸਾਨ ਅੰਦੋਲਨ ਦੌਰਾਨ ਹੋਂਦ ਵਿੱਚ ਆਏ
ਕਾਵ ਟੋਟਕੇ ਅਖਬਾਰਾਂ ਦੇ ਪ੍ਰਿੰਟ ਮੀਡੀਆ ਦੇ ਮੱਥਿਆਂ ਦਾ ਸ਼ਿੰਗਾਰ ਬਣੇ ਡੰਡੀ। ਕਿਸਾਨ ਅੰਦੋਲਨ ਨੇ ਲੋਕਾਂ ਵਿੱਚ ਰਾਜਨੀਤਿਕ ਸੂਝ-ਬੂਝ ਅਤੇ ਹੱਕਾਂ ਦੀ ਨੀਂਹ ਰੱਖੀ ਡੰਡੀ। ਹਾਂਜੀ ਸਟਾਰਟ। ਕਿਸੇ ਦੇਸ਼ ਦੇ ਸੰਵਿਧਾਨ ਦੀ ਮਹੱਤਤਾ ਦਾ ਅਨੁਮਾਨ ਉਸ ਦੇ ਅੰਦਰ ਚਿੱਤਰੇ ਗਏ ਮੁੱਢਲੇ ਨਿਯਮਾਂ ਤੋਂ ਲਾਇਆ ਜਾ ਸਕਦਾ ਹੈ ਡੰਡੀ। ਹਰ ਸੰਵਿਧਾਨ ਦੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਉੱਥੋਂ ਦੇ ਰਾਜਨੀਤਿਕ ਢਾਂਚੇ ਦਾ ਗਿਆਨ ਹੋ ਜਾਂਦਾ ਹੈ ਡੰਡੀ। ਦੁਨੀਆ ਦੇ ਹਰ ਮੁਲਕ ਦੀ ਰਾਜਨੀਤੀ ਵੱਲ ਪਹੁੰਚ ਵੱਖੋ ਵੱਖਰੀ ਹੈ ਡੰਡੀ। ਸੰਵਿਧਾਨ ਬਣਾਉਣ ਲੱਗੇ ਸੰਵਿਧਾਨ ਸਭਾ ਸਾਹਮਣੇ ਉਸ ਮੁਲਕ ਦੀ ਸਥਿਤੀ ਅਤੇ ਉੱਥੋਂ ਦੇ ਲੋਕਾਂ ਦਾ ਸੰਸਕ੍ਰਿਤਿਕ ਅਤੇ ਰਾਜਨੀਤਿਕ ਪਿਛੋਕੜ ਹੁੰਦੇ ਹਨ ਡੰਡੀ। ਭਾਰਤ ਇੱਕ ਬਹੁਤ ਵਿਸ਼ਾਲ ਦੇਸ਼ ਹੈ ਜਿਸ ਦੀਆਂ ਆਪਣੀਆਂ ਕੁਝ ਸਮੱਸਿਆਵਾਂ ਹਨ ਡੰਡੀ। ਸਾਡਾ ਸੰਵਿਧਾਨ ਅਨੇਕ ਸੋਮਿਆਂ ਤੋਂ ਤਿਆਰ ਕੀਤਾ ਗਿਆ ਹੈ ਡੰਡੀ। ਡਾਕਟਰ ਸ਼ਰਮਾ ਅਨੁਸਾਰ ਸਾਡੇ ਸੰਵਿਧਾਨ ਨਿਰਮਾਤਾ ਨੇ ਕਦੀ ਇਹ ਦਾਅਵਾ ਨਹੀਂ ਕੀਤਾ ਕਿ ਉਹ ਕੋਈ ਮੌਲਿਕ ਸੰਵਿਧਾਨ ਬਣਾਉਣਗੇ ਡੰਡੀ। ਉਹ ਇੱਕ ਚੰਗਾ ਅਤੇ ਅਮਲਯੋਗ ਸੰਵਿਧਾਨ ਬਣਾਉਣਾ ਚਾਹੁੰਦੇ ਸਨ ਡੰਡੀ। ਇਸ ਸੰਵਿਧਾਨ ਦੀਆਂ ਕੁਝ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ ਡੰਡੀ। ਭਰਾ ਭਾਰਤ ਦੀ ਸੰਵਿਧਾਨ ਸਭਾ ਵਿੱਚ ਤਕਰੀਬਨ ਹਰ ਫਿਰਕੇ ਦੇ ਪ੍ਰਤੀਨਿਧ ਸ਼ਾਮਲ ਕੀਤੇ ਗਏ ਸਨ ਡੰਡੀ। ਇਹ ਸੰਵਿਧਾਨ ਆਪਣੇ ਵਰਤਮਾਨ ਰੂਪ ਵਿੱਚ ਕਾਫੀ ਬਹਿਸ ਅਤੇ ਵਾਦ ਵਿਵਾਦ ਮਗਰੋਂ ਸਾਡੇ ਸਾਹਮਣੇ ਆਇਆ ਹੈ ਡੰਡੀ। ਲਿਖਤੀ ਸੰਵਿਧਾਨ ਸੋਚ ਵਿਚਾਰ ਅਤੇ ਦਲੀਲ ਦਾ ਨਤੀਜਾ ਹੁੰਦਾ ਹੈ ਡੰਡੀ। ਇਸ ਦਾ ਨਿਰਮਾਣ ਸੰਵਿਧਾਨ ਸਭਾ ਕਿਸੇ ਨਿਸ਼ਚਿਤ ਸਮੇਂ ਅਤੇ ਨਿਸ਼ਚਿਤ ਸਥਾਨ 'ਤੇ ਕਰਦੀ ਹੈ ਡੰਡੀ। ਅਮਰੀਕਾ ਦਾ ਸੰਵਿਧਾਨ ਇੱਕ ਖਾਸ ਸੰਵਿਧਾਨ ਸਭਾ ਨੇ 14 ਮਈ 1787 ਨੂੰ ਬਣਾਇਆ ਸੀ ਡੰਡੀ। ਤੁਸੀਂ ਸੋਚਦੇ ਹੋਵੋਗੇ ਕਿ ਸੰਵਿਧਾਨ ਅਲਿਖਤ ਵੀ ਹੋ ਸਕਦਾ ਹੈ? ਪ੍ਰਸ਼ਨ ਚਿੰਨ੍ਹ। ਇਸ ਸਵਾਲ ਦਾ ਜਵਾਬ ਸਾਨੂੰ ਬਰਤਾਨੀਆ ਦੇ ਸੰਵਿਧਾਨ ਤੋਂ ਮਿਲਦਾ ਹੈ ਡੰਡੀ। ਬਰਤਾਨੀਆ ਦਾ ਸੰਵਿਧਾਨ ਅਲਿਖਤ ਹੈ ਡੰਡੀ। ਅਲਿਖਤ ਸੰਵਿਧਾਨ ਦਾ ਵਿਕਾਸ ਬਹੁਤ ਹੌਲੀ ਹੌਲੀ ਹੁੰਦਾ ਹੈ ਡੰਡੀ। ਇਸ ਨੂੰ ਸਿਆਣਪ ਅਤੇ ਘਟਨਾਵਾਂ ਦੀ ਉਪਜ ਕਿਹਾ ਜਾ ਸਕਦਾ ਹੈ ਡੰਡੀ। ਇਹ ਬਣਾਇਆ ਨਹੀਂ ਜਾਂਦਾ ਬਲਕਿ ਕੁਝ ਪਰਿਸਥਿਤੀਆਂ ਅਧੀਨ ਇਸ ਦਾ ਵਿਕਾਸ ਹੁੰਦਾ ਹੈ ਡੰਡੀ। ਲਿਖਤੀ ਸੰਵਿਧਾਨ ਦੇ ਮੁਕਾਬਲੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਲਈ ਕੀ ਮਹੱਤਤਾ ਹੁੰਦੀ ਹੈ ਡੰਡੀ? ਲਿਖਤੀ ਸੰਵਿਧਾਨ 3 ਵਿਸ਼ੇਸ਼ਤਾਵਾਂ ਦਾ ਪ੍ਰਗਟਾਵਾ ਕਰਦਾ ਹੈ ਜੋ ਸਿਆਸਤਦਾਨਾਂ ਅਤੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ ਡੰਡੀ। ਸਟਾਰਟ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਪੂਰੇ ਸਿਖਰ ਵੱਲ ਵਧ ਰਿਹਾ ਹੈ ਡੰਡੀ। ਰਾਜ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚਲਾਈ ਜਾ ਰਹੀ ਚੋਣ ਮੁਹਿੰਮ ਵਿੱਚ ਅਜਿਹੇ ਲੋਕ ਲੁਭਾਊ ਵਾਅਦੇ ਕੀਤੇ ਜਾ ਰਹੇ ਹਨ ਜੋ ਜ਼ਮੀਨੀ ਹਕੀਕਤ ਤੋਂ ਦੂਰ ਹਨ ਅਤੇ ਜਿਨ੍ਹਾਂ ਨੂੰ ਅਮਲੀ ਰੂਪ ਦੇਣਾ ਲਗਭਗ ਅਸੰਭਵ ਹੈ ਡੰਡੀ। ਸੁਪਰੀਮ ਕੋਰਟ ਨੇ ਵੀ
ਅਜਿਹੇ ਵਾਅਦਿਆਂ ਬਾਰੇ ਜਨ ਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇੱਕ ਗੰਭੀਰ ਵਿਸ਼ਾ ਹੈ। ਡੰਡੀ ਮੁਫਤ ਵਸਤਾਂ ਸੇਵਾਵਾਂ ਪ੍ਰਦਾਨ ਕਰਨ ਲਈ ਲੋੜੀਂਦਾ ਬਜਟ ਸਰਕਾਰੀ ਬਜਟ ਤੋਂ ਵੀ ਵੱਧ ਜਾਪਦਾ ਹੈ। ਡੰਡੀ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਪਹੁੰਚਾਏ ਜਾਣ ਵਾਲੇ ਨੀਤੀਗਤ ਅਤੇ ਆਰਥਿਕ ਫਾਇਦਿਆਂ ਬਾਰੇ ਦੱਸਣ ਲਈ ਚੋਣ ਮਨੋਰਥ ਪੱਤਰ ਤਾਂ ਜਾਰੀ ਕੀਤੇ ਜਾਂਦੇ ਹਨ, ਪਰ ਜ਼ਿਆਦਾਤਰ ਇਹਨਾਂ ਵਿੱਚ ਪੂਰੇ ਨਾ ਕੀਤੇ ਜਾ ਸਕਣ ਵਾਲੇ ਅਤੇ ਤਰਕਹੀਣ ਐਲਾਨ ਸ਼ਾਮਿਲ ਕਰਕੇ ਲੋਕਾਂ ਨੂੰ ਵਕਤੀ ਲਾਲਚ ਵਿੱਚ ਫਸਾ ਕੇ ਵੋਟਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਡੰਡੀ ਭਰਾ ਸਰਕਾਰਾਂ ਬਣਾਉਣ ਅਤੇ ਰਾਜ ਕਰਨ ਦੀਆਂ ਦਾਅਵੇਦਾਰ ਸਿਆਸੀ ਪਾਰਟੀਆਂ ਦੇ ਸਮਾਜ ਨੂੰ ਦਰਪੇਸ਼ ਮੁਸ਼ਕਲਾਂ ਅਤੇ ਅਸਲ ਮੁੱਦਿਆਂ ਜਿਵੇਂ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਘਾਟ ਅਤੇ ਡਿੱਗ ਰਹੇ ਮਿਆਰ, ਵੱਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ, ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਲੋਪ ਹੋ ਰਹੀਆਂ ਸਮਾਜ ਭਲਾਈ ਸਕੀਮਾਂ ਬਾਰੇ ਧਿਆਨ ਕੇਂਦਰਿਤ ਕਰਕੇ ਹੱਲ ਤਲਾਸ਼ਣ ਬਾਰੇ ਕੋਈ ਗੰਭੀਰ ਨੀਤੀਗਤ ਘੋਸ਼ਣਾ ਅਜੇ ਤੱਕ ਚੋਣ ਪ੍ਰਚਾਰ ਵਿੱਚ ਨਜ਼ਰ ਨਹੀਂ ਆਈ। ਡੰਡੀ ਸਮੱਸਿਆਵਾਂ ਦੀ ਧਰੋਹਰ ਨਿੱਜੀਕਰਨ ਦੀ ਨੀਤੀ ਵਿੱਚ ਬਦਲਾਅ ਬਾਰੇ ਕੋਈ ਚਰਚਾ ਨਹੀਂ ਚੱਲ ਰਹੀ। ਡੰਡੀ ਸੱਤਾਧਾਰੀ ਪਾਰਟੀ ਜਾਂ ਤਾਂ ਪਿਛਲੀ ਸਰਕਾਰ ਦੀਆਂ ਕਮੀਆਂ ਗਿਣਨ ਵਿੱਚ ਰੁੱਝੀ ਹੋਈ ਹੈ ਜਾਂ ਫਿਰ ਧਰਮ ਜਾਂ ਜਾਤ ਦੇ ਆਧਾਰ 'ਤੇ ਵੋਟਰਾਂ ਦਾ ਧਰੁਵੀਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਡੰਡੀ ਭਰਾ ਆਮ ਆਦਮੀ ਪਾਰਟੀ ਆਪ ਵੱਲੋਂ ਮੁਫਤ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਐਲਾਨ ਤੋਂ ਬਾਅਦ ਸੱਤਾਧਾਰੀ ਕਾਂਗਰਸ ਵੀ ਇਸ ਦੀ ਪੈਰਵੀ ਕਰ ਰਹੀ ਹੈ। ਡੰਡੀ ਇਹ ਕੋਈ ਨਹੀਂ ਦੱਸ ਰਿਹਾ ਕਿ ਇਹਨਾਂ ਐਲਾਨਾਂ ਲਈ ਪੈਸਾ ਕਿੱਥੋਂ ਆਵੇਗਾ। ਪ੍ਰਸ਼ਨ ਚਿੰਨ੍ਹ ਚਾਹੇ ਮੁੱਖ ਮੰਤਰੀ ਹੋਵੇ ਜਾਂ ਸੂਬਾ ਕਾਂਗਰਸ ਪ੍ਰਧਾਨ, ਉਹ ਜਾਂ ਤਾਂ ਮੁਫਤ ਵਸਤਾਂ ਸੇਵਾਵਾਂ ਦਾ ਐਲਾਨ ਕਰ ਰਹੇ ਹਨ ਜਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਕਮੀਆਂ ਵੱਲ ਇਸ਼ਾਰਾ ਕਰ ਰਹੇ ਹਨ। ਡੰਡੀ ਉਹਨਾਂ ਦੇ ਭਾਸ਼ਣਾਂ ਵਿੱਚ ਬਹੁਤ ਘੱਟ ਜ਼ਿਕਰ ਹੁੰਦਾ ਹੈ ਕਿ ਕਾਂਗਰਸ ਸਰਕਾਰ ਨੇ 5 ਸਾਲਾਂ ਵਿੱਚ ਸੂਬੇ ਦੇ ਵਿਕਾਸ ਲਈ ਕੀ ਕੀਤਾ ਹੈ। ਡੰਡੀ ਪਾਰਟੀ ਦਾ ਆਪਣਾ ਜ਼ਿਆਦਾ ਸਮਾਂ ਆਪਣੀ ਅੰਦਰੂਨੀ ਲੜਾਈ ਤੇ ਖਹਿਬਾਜ਼ੀ ਨਾਲ ਸਿੱਝਣ ਵਿੱਚ ਲੱਗ ਰਿਹਾ ਹੈ। ਡੰਡੀ ਸੰਨ 1960 ਵਿੱਚ ਦੁਨੀਆ ਦੀ ਕੁੱਲ ਆਬਾਦੀ ਵਿੱਚ 60 ਸਾਲ ਤੋਂ ਉੱਪਰ ਦੇ ਬੁੱਢਿਆਂ ਦੀ ਗਿਣਤੀ ਕੋਈ 20 ਕਰੋੜ ਦੇ ਲਗਭਗ ਸੀ। ਡੰਡੀ ਬੁੱਢਿਆਂ ਦੀ ਇਹ ਸੰਖਿਆ 1970 ਵਿੱਚ ਵੱਧ ਕੇ ਕੋਈ 30 ਕਰੋੜ ਦੇ ਕਰੀਬ ਹੋ ਗਈ ਸੀ। ਡੰਡੀ ਇਹਨਾਂ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਿਰਾਂ ਦਾ ਖਿਆਲ ਹੈ ਕਿ ਇਸ ਸਦੀ ਦੇ ਅੰਤ ਤੱਕ ਇਹ ਗਿਣਤੀ 60 ਕਰੋੜ ਤੋਂ ਵੱਧ ਹੋ ਜਾਵੇਗੀ। ਡੰਡੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਸੋਂ ਦੀ ਕੁੱਲ ਆਬਾਦੀ ਵਿੱਚ ਬੁੱਢਿਆਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਡੰਡੀ ਜਿੱਥੋਂ ਤੱਕ ਸਾਡੇ ਆਪਣੇ ਦੇਸ਼ ਦਾ ਸੰਬੰਧ ਹੈ, 1971 ਦੀ ਮਰਦਮਸ਼ੁਮਾਰੀ ਦੀ ਰਿਪੋਰਟ ਮੁਤਾਬਕ ਸਾਡੀ ਆਪਣੀ ਕੁੱਲ ਆਬਾਦੀ ਵਿੱਚ 3 ਕਰੋੜ ਬੁੱਢੇ ਸਨ। ਡੰਡੀ ਇਹ ਖਿਆਲ ਕੀਤਾ ਜਾਂਦਾ ਹੈ ਕਿ
ਇਹ ਸੰਖਿਆ ਨਵੀਂ ਮਰਦਮਸ਼ੁਮਾਰੀ ਤੱਕ ਵੱਧ ਕੇ 4 ਕਰੋੜ ਹੋ ਜਾਵੇਗੀ। ਡੰਡੀ ਭਰਾ। ਭਾਰਤ ਦੇ ਕਈ ਵੱਡੇ ਸ਼ਹਿਰਾਂ ਵਿੱਚ 80 ਲੱਖ ਦੇ ਕਰੀਬ ਬੁੱਢੇ ਰਹਿੰਦੇ ਹਨ, ਜਦਕਿ ਇਹ ਗਿਣਤੀ ਪਿੰਡਾਂ ਵਿੱਚ ਕੋਈ 3 ਕਰੋੜ ਦੇ ਕਰੀਬ ਸਮਝੀ ਜਾਂਦੀ ਹੈ। ਡੰਡੀ। ਬੁੱਢਿਆਂ ਦੀ ਰੱਖਿਆ ਲਈ ਭਾਰਤੀ ਸੰਵਿਧਾਨ ਦੀ ਧਾਰਾ 41 ਦੇ ਅਧੀਨ ਬੁਢਾਪੇ ਵਿੱਚ ਸਹਾਇਤਾ ਦੇਣ ਸੰਬੰਧੀ ਲਿਖਿਆ ਗਿਆ ਹੈ। ਡੰਡੀ। ਇਸੇ ਤਰ੍ਹਾਂ ਵੱਖ ਵੱਖ ਸਮੇਂ ਸਾਡੀਆਂ 5 ਸਾਲਾ ਯੋਜਨਾਵਾਂ ਵਿੱਚ ਬੁੱਢਿਆਂ ਨੂੰ ਸਹਾਇਤਾ ਦੇਣ ਲਈ ਸਕੀਮਾਂ ਘੜੀਆਂ ਗਈਆਂ ਸਨ। ਡੰਡੀ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਸੀਂ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਬੁੱਢਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜਾਂ ਉਹਨਾਂ ਨੂੰ ਸਹਾਇਤਾ ਦੇਣ ਲਈ ਕੋਈ ਵੀ ਕੌਮੀ ਪੱਧਰ ਦੀ ਨੀਤੀ ਜਾਂ ਪ੍ਰੋਗਰਾਮ ਅਮਲ ਵਿੱਚ ਨਹੀਂ ਲਿਆ ਸਕੇ, ਜਦਕਿ ਬੁੱਢਿਆਂ ਦੀ ਗਿਣਤੀ ਪੱਖੋਂ ਭਾਰਤ ਸੰਸਾਰ ਵਿੱਚ ਦੂਜੇ ਨੰਬਰ 'ਤੇ ਆਉਂਦਾ ਹੈ। ਡੰਡੀ। ਬੁੱਢਿਆਂ ਨੂੰ ਇਸ ਉਮਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਿਕ ਸਮੱਸਿਆਵਾਂ ਸ਼ਾਮਿਲ ਹਨ। ਡੰਡੀ। ਆਰਥਿਕ ਪੱਖੋਂ ਬੁੱਢਿਆਂ ਦੀ ਸਮੱਸਿਆ ਇਹੀ ਹੈ ਕਿ ਉਹ ਖਾਣ ਕਿੱਥੋਂ? ਪ੍ਰਸ਼ਨ ਚਿੰਨ੍ਹ। ਇਸੇ ਕਰਕੇ ਸਾਡੇ ਸਮਾਜ ਵਿੱਚ ਪੈਸਾ ਜੋੜਨ ਦੀ ਰੁਚੀ ਪ੍ਰਧਾਨ ਹੈ। ਡੰਡੀ। ਖੇਤੇ ਦੀ ਘਟ ਰਹੀ ਆਰਥਿਕ ਲਾਹੇਵੰਦੀ ਵਿੱਚ ਸੁਧਾਰ ਲਈ ਫਸਲੀ, ਜੈਵਿਕ ਅਤੇ ਆਰਥਿਕ ਵਿਭਿੰਨਤਾ, ਪੈਦਾਵਾਰੀ ਕੀਮਤਾਂ ਨੂੰ ਘੱਟ ਕਰਨਾ ਅਤੇ ਉਪਜ ਦੇ ਲਾਹੇਵੰਦ ਭਾਅ ਯਕੀਨੀ ਬਣਾਉਣਾ ਮਹੱਤਵਪੂਰਨ ਮੁੱਦੇ ਹਨ। ਡੰਡੀ। ਕਿਸਾਨ ਅੰਦੋਲਨ ਨੂੰ ਕਈ ਤਰੀਕਿਆਂ ਨਾਲ ਵੰਡਣ, ਤੋੜਨ, ਖਰੀਦਣ, ਬੇਇੱਜ਼ਤ ਅਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਤੇ 1 ਸਾਲ ਦੇ ਲਗਾਤਾਰ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦੇਸ਼ ਦੀ ਖੇਤੀਬਾੜੀ ਪੈਦਾਵਾਰ ਨੂੰ ਸੁਧਾਰਨ ਲਈ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਪ੍ਰਾਪਤੀ ਆਪਣੇ ਆਪ ਵਿੱਚ ਸ਼ਲਾਘਾਯੋਗ ਹੈ ਅਤੇ ਇਸ ਕਰਕੇ ਹੀ ਵੱਡੀਆਂ ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਪੂੰਜੀ ਨਿਵੇਸ਼ ਅਤੇ ਹਿੱਸੇਦਾਰੀ ਰਾਹੀਂ ਖੇਤੀ ਦੇ ਵਿਕਾਸ ਦੇ ਬਾਰੇ ਵਾਅਦਿਆਂ ਦੇ ਐਲਾਨ ਚੋਣ ਪ੍ਰਚਾਰ ਤੋਂ ਮਨਫੀ ਹੋ ਗਏ ਹਨ। ਡੰਡੀ ਭਰਾ। ਖੇਤੀ ਖੇਤਰ ਦੇ ਵਿਕਾਸ 'ਤੇ ਇੱਕ ਪੰਛੀ ਝਾਤ ਦਰਸਾਉਂਦੀ ਹੈ ਕਿ ਆਜ਼ਾਦੀ ਤੋਂ ਬਾਅਦ ਸਰਕਾਰ ਨੇ ਭੁੱਖੇ ਲੋਕਾਂ ਨੂੰ ਸਸਤੇ ਅਨਾਜ ਦੀ ਵਿਵਸਥਾ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਖੇਤੀ ਦੀ ਪੈਦਾਵਾਰ ਵਧਾਉਣ ਲਈ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਅਤੇ ਇਸ ਪ੍ਰਕਿਰਿਆ, ਜਿਸ ਵਿੱਚ ਕੁਝ ਜ਼ਰੂਰੀ ਫਸਲਾਂ ਲਈ ਘੱਟੋ ਘੱਟ ਕੀਮਤਾਂ ਦੀ ਗਰੰਟੀ ਵੀ ਸ਼ਾਮਲ ਸੀ, ਨੇ ਭਾਰਤ ਨੂੰ 1960 ਦੇ ਦਹਾਕੇ ਦੇ ਭੁੱਖਮਰੀ ਦੇ ਸੰਕਟ ਨੂੰ ਪਾਰ ਕਰਨ ਵਿੱਚ ਮਦਦ ਕੀਤੀ। ਪਰ ਹਰੀ ਕ੍ਰਾਂਤੀ ਦੇ ਇਸ ਪੈਕੇਜ ਨੇ ਹੱਲ ਕਰਨ ਨਾਲੋਂ ਵੱਧ ਸਮੱਸਿਆਵਾਂ ਪੈਦਾ ਕੀਤੀਆਂ। ਡੰਡੀ। 20ਵੀਂ ਸਦੀ ਦੇ ਅੱਧ ਵਿੱਚ ਦੇਸ਼ ਦੇ ਖੇਤੀਬਾੜੀ ਪਰਿਵਰਤਨ ਨੇ ਅਸਮਾਨਤਾ ਦੀ ਵਿਰਾਸਤ ਛੱਡੀ ਅਤੇ ਵਾਤਾਵਰਣਿਕ ਸਥਿਰਤਾ ਦੀ ਥਾਂ ਕੇਵਲ ਸਸਤੇ ਅਨਾਜ ਨੂੰ ਸੁਰੱਖਿਅਤ ਕੀਤਾ। ਡੰਡੀ। ਜਿਵੇਂ ਜਿਵੇਂ ਸਰਕਾਰ ਦੀ ਸਹਾਇਤਾ ਘੱਟ ਹੁੰਦੀ ਗਈ, ਉਪਜ ਦੀਆਂ
ਅਣ ਲਾਹੇਵੰਦ ਕੀਮਤਾਂ ਕਾਰਨ ਕਿਸਾਨੀ ਸਿਰ ਕਰਜ਼ੇ ਦੀ ਸਮੱਸਿਆ ਵੱਧਦੀ ਗਈ ਡੰਡੀ। ਇਸੇ ਤਰ੍ਹਾਂ ਵਾਤਾਵਰਨ ਸੰਕਟ ਜਿਵੇਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੀ ਸਤ੍ਹਾ, ਖਾਰੀ ਮਿੱਟੀ ਅਤੇ ਇਸ ਦੀ ਘਟਦੀ ਉਤਪਾਦਕਤਾ, ਜੈਵ ਵਿਭਿੰਨਤਾ ਦਾ ਨੁਕਸਾਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਸਿਹਤ ਸੰਬੰਧੀ ਵਿਗਾੜ ਵੱਧਦਾ ਗਿਆ ਅਤੇ 1990 ਦੇ ਦਹਾਕੇ ਤੱਕ ਇੱਕ ਪੂਰੀ ਤਰ੍ਹਾਂ ਵਿਕਸਿਤ ਖੇਤੀ ਸੰਕਟ ਪੈਦਾ ਹੋ ਗਿਆ ਅਤੇ ਇਹ ਕਿਸਾਨਾਂ ਦੁਆਰਾ ਖੁਦਕੁਸ਼ੀਆਂ ਦੀ ਮਹਾਂਮਾਰੀ ਵਜੋਂ ਅੱਜ ਵੀ ਵਿਖਾਈ ਦੇ ਰਿਹਾ ਹੈ ਡੰਡੀ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਹਰੀ ਕ੍ਰਾਂਤੀ ਦੇ ਪਿਤਾਮਾ ਨੋਰਮਨ ਬੋਰਲੋਗ ਨੇ ਪ੍ਰੋਗਰਾਮ ਦਾ ਇੱਕ ਬੇਤੁਕਾ ਬਚਾਅ ਕਰਦਿਆਂ ਕਿਹਾ ਸੀ ਕਿ ਮੇਰਾ ਮੰਨਣਾ ਹੈ ਕਿ ਮਨੁੱਖ ਜਾਤੀ ਲਈ ਕਾਲ ਦੀ ਪੁਰਾਣੀ ਸਮੱਸਿਆ ਦੀ ਬਜਾਏ ਬਹੁਤਾਤ ਕਾਰਨ ਪੈਦਾ ਹੋਈਆਂ ਨਵੀਆਂ ਸਮੱਸਿਆਵਾਂ ਨਾਲ ਜੂਝਣਾ ਬਿਹਤਰ ਹੈ। ਡੰਡੀ ਭਰਾ ਨੋਰਮਨ ਨੇ ਥੋੜਾ ਸਾਰਾ ਨੋਰਮਨ ਬੋਰਲੋਗ। 5 ਦਹਾਕਿਆਂ ਬਾਅਦ ਅਸੀਂ ਪੂਰੀ ਤਰ੍ਹਾਂ ਇਸ ਚੱਕਰਵਿਊਹ ਵਿੱਚ ਫਸ ਗਏ ਹਾਂ ਅਤੇ ਇਹ ਸਪਸ਼ਟ ਹੈ ਕਿ ਉਦਯੋਗਿਕ ਖੇਤੀ ਦੀਆਂ ਨਵੀਆਂ ਸਮੱਸਿਆਵਾਂ ਨੇ ਭੁੱਖਮਰੀ ਅਤੇ ਕੁਪੋਸ਼ਣ ਦੀਆਂ ਪੁਰਾਣੀਆਂ ਸਮੱਸਿਆਵਾਂ ਵਿੱਚ ਵਾਧਾ ਕੀਤਾ ਹੈ ਡੰਡੀ। ਇਸ ਲਈ ਹਰੇ ਇਨਕਲਾਬ ਦੇ ਰਸਾਇਣਾਂ ਦੀ ਵਰਤੋਂ 'ਤੇ ਆਧਾਰਿਤ ਕਾਰਪੋਰੇਟ ਅਤੇ ਉਦਯੋਗਿਕ ਖੇਤੀ ਦੇ ਮਾਡਲ ਤੋਂ ਪੜਾਅਵਾਰ ਵਾਪਸੀ ਅਤੇ ਆਪਣੇ ਵਿਭਿੰਨ ਖੇਤੀ ਸੱਭਿਆਚਾਰਾਂ ਦੀ ਗਿਆਨ ਵਿਰਾਸਤ 'ਤੇ ਆਧਾਰਿਤ ਨਵਾਂ ਖੇਤੀ ਮਾਡਲ ਜੋ ਸਮਾਜਿਕ ਅਸਮਾਨਤਾਵਾਂ ਤੋਂ ਛੁਟਕਾਰਾ ਦਿਵਾਉਣ ਅਤੇ ਨਵੇਂ ਮੌਸਮੀ ਰੁਝਾਨਾਂ ਲਈ ਅਨੁਕੂਲ ਹੋਵੇ, ਚੋਣ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਡੰਡੀ। ਸਟਾਰਟ। ਕੁਝ ਦਿਨ ਪਹਿਲਾਂ ਮੈਂ ਪਾਕਿਸਤਾਨ ਦੇ ਇੱਕ ਪ੍ਰਸਿੱਧ ਡਾਕਟਰ ਜਾਵੇਦ ਮੁਹੰਮਦ ਦਾ ਇੱਕ ਵੀਡੀਓ ਸੁਣ ਰਿਹਾ ਸਾਂ ਡੰਡੀ। ਉਸ ਵੀਡੀਓ ਵਿੱਚ ਉਹ ਕਹਿ ਰਿਹਾ ਸੀ ਕਿ ਇੱਕ ਅਧਿਆਪਕਾ ਨੇ ਆਪਣੀ ਜਮਾਤ ਦੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੀ ਕਾਪੀ ਦਾ ਸਫ਼ਾ ਲਿਖਣ ਜਿਸ ਵਿੱਚ ਉਹ ਦੱਸਣ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਬਣਨਾ ਚਾਹੁੰਦੇ ਨੇ ਡੰਡੀ। ਉਹ ਆਪਣੀ ਜਮਾਤ ਦੇ ਉਹਨਾਂ ਬੱਚਿਆਂ ਦੇ ਲਿਖੇ ਹੋਏ ਸਫ਼ਿਆਂ ਨੂੰ ਆਪਣੇ ਘਰ ਵਾਲੇ ਨਾਲ ਬੈਠੀ ਵੇਖ ਰਹੀ ਸੀ ਡੰਡੀ। ਹਰ ਸਫ਼ੇ ਨੂੰ ਪੜ੍ਹ ਕੇ ਉਸਦੇ ਚਿਹਰੇ ਦੇ ਭਾਵ ਬਦਲ ਰਹੇ ਸਨ ਡੰਡੀ। ਉਹ ਕਿਸੇ ਸਫ਼ੇ ਨੂੰ ਪੜ੍ਹ ਕੇ ਹੱਸ ਰਹੀ ਸੀ ਡੰਡੀ, ਕਿਸੇ ਨੂੰ ਪੜ੍ਹ ਕੇ ਹੈਰਾਨ ਹੋ ਰਹੀ ਸੀ, ਪਰ ਇੱਕ ਸਫ਼ਾ ਪੜ੍ਹ ਕੇ ਉਹ ਫੁੱਟ ਕੇ ਰੋਣ ਲੱਗ ਪਈ ਡੰਡੀ। ਉਸਦੇ ਪਤੀ ਨੇ ਪੁੱਛਿਆ, ਕੀ ਗੱਲ, ਤੁਸੀਂ ਰੋਣ ਕਿਉਂ ਲੱਗ ਪਏ ਹੋ? ਪ੍ਰਸ਼ਨ ਚਿੰਨ੍ਹ ਪੈਰਾ। ਉਸਨੇ ਜਵਾਬ ਦਿੱਤਾ, ਇੱਕ ਬੱਚੇ ਨੇ ਆਪਣੇ ਸਫ਼ੇ ਵਿੱਚ ਲਿਖਿਆ ਹੈ ਕਿ ਕਾਸ਼ ਮੈਂ ਇੱਕ ਮੋਬਾਈਲ ਹੁੰਦਾ। ਪ੍ਰਸ਼ਨ ਚਿੰਨ੍ਹ। ਮੇਰੀ ਮੰਮੀ ਡੈਡੀ ਮੈਨੂੰ ਓਨਾ ਹੀ ਪਿਆਰ ਕਰਦੇ ਜਿੰਨਾ ਉਹ ਆਪਣੇ ਮੋਬਾਈਲ ਫੋਨ ਨੂੰ ਕਰਦੇ ਹਨ ਡੰਡੀ। ਪਤੀ ਨੇ ਅੱਗੋਂ ਕਿਹਾ ਕਿ ਇਸ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ?
ਪ੍ਰਸ਼ਨ ਚਿੰਨ੍ਹ ਤੂੰ ਤਾਂ ਇੰਜ ਰੋ ਰਹੀ ਏ ਜਿਵੇਂ ਉਹ ਤੇਰਾ ਆਪਣਾ ਹੀ ਬੱਚਾ ਹੋਵੇ ਡੰਡੀ। ਪਤਨੀ ਦਾ ਰੋਣਾ ਹੋਰ ਤੇਜ਼ ਹੋ ਗਿਆ ਤੇ ਉਸਨੇ ਜਵਾਬ ਦਿੱਤਾ, ਹਾਂ ਹਾਂ 10 ਵਰ੍ਹਿਆਂ ਦਾ ਉਹ ਬੱਚਾ ਸਾਡਾ ਹੀ ਹੈ ਡੰਡੀ। ਆਪਣੀ ਪਤਨੀ ਦਾ ਜਵਾਬ ਸੁਣ ਕੇ ਪਤੀ ਦਾ ਵੀ ਰੋਣਾ ਨਿਕਲ ਗਿਆ ਡੰਡੀ। ਜੇ ਡਾਕਟਰ ਜਾਵੇਦ ਦੇ ਉਸ ਵੀਡੀਓ ਨੂੰ ਕਾਲਪਨਿਕ ਕਹਾਣੀ ਵੀ ਮੰਨ ਲਿਆ ਜਾਵੇ ਤਾਂ ਵੀ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਇਹ ਸਾਡੀ ਜ਼ਿੰਦਗੀ ਦੀ ਕੌੜੀ ਸੱਚਾਈ ਬਣ ਚੁੱਕੀ ਹੈ ਡੰਡੀ। ਉਹ ਬੱਚਾ ਭਾਵੇਂ ਵੀਡੀਓ ਦਾ ਕਾਲਪਨਿਕ ਪਾਤਰ ਹੋਵੇ ਪਰ ਉਹ ਬੱਚਾ ਸਾਡੇ ਹਰ ਘਰ ਵਿੱਚ ਤਿਲ ਤਿਲ ਕਰਕੇ ਵੰਡਿਆ ਗਿਆ ਹੈ ਡੰਡੀ। ਮਾਵਾਂ ਆਪਣੇ ਰੋਂਦੇ ਹੋਏ ਬੱਚੇ ਦੀ ਸੰਵੇਦਨਾ ਜਾਂ ਦੁੱਖ ਨੂੰ ਮਹਿਸੂਸ ਕਰਕੇ ਉਸ ਨੂੰ ਆਪਣੀ ਛਾਤੀ ਨਾਲ ਲਾਉਣ ਦੀ ਬਜਾਏ ਉਸ ਨੂੰ ਜਾਂ ਤਾਂ ਝਿੜਕ ਦੇਣਗੀਆਂ ਜਾਂ ਫਿਰ ਉਸ ਦੇ ਹੱਥ ਵਿੱਚ ਮੋਬਾਈਲ ਫੜਾ ਦੇਣਗੀਆਂ, ਕਿਉਂਕਿ ਉਹਨਾਂ ਕੋਲ ਆਪਣੇ ਬੱਚੇ ਨੂੰ ਪਿਆਰ ਦੇਣ ਲਈ ਸਮਾਂ ਨਹੀਂ ਹੁੰਦਾ ਡੰਡੀ। ਪਰ ਵਿਗਿਆਨ ਦੇ ਇਸ ਛੋਟੇ ਜਿਹੇ ਪੁਰਜੇ ਨੇ ਸਾਨੂੰ ਅਜਿਹੇ ਢੰਗ ਨਾਲ ਆਪਣੇ ਕਾਬੂ ਵਿੱਚ ਲੈ ਲਿਆ ਹੈ ਕਿ ਅਜੋਕੇ ਸਮੇਂ ਵਿੱਚ ਇਹ ਸਾਨੂੰ ਅਫੀਮ ਦੇ ਨਸ਼ੇ ਵਾਂਗ ਲੱਗ ਚੁੱਕਾ ਹੈ ਡੰਡੀ। ਅਸੀਂ ਸਾਰੇ ਘਰ ਵਿੱਚ ਹੁੰਦੇ ਹੋਏ ਵੀ ਘਰੇ ਨਹੀਂ ਹੁੰਦੇ ਕਿਉਂਕਿ ਸਾਰੇ ਆਪਣੇ ਆਪਣੇ ਮੋਬਾਈਲ ਵਿੱਚ ਰੁੱਝੇ ਹੋਏ ਹੁੰਦੇ ਹਨ ਡੰਡੀ। ਕੋਈ ਕਿਸੇ ਨੂੰ ਦੁੱਖ ਸੁੱਖ ਨਹੀਂ ਪੁੱਛਦਾ ਡੰਡੀ। ਅਸੀਂ ਇਕੱਠੇ ਰਹਿੰਦੇ ਹੋਏ ਵੀ ਇੱਕ ਦੂਜੇ ਤੋਂ ਦੂਰ ਹੁੰਦੇ ਹਾਂ ਕਿਉਂਕਿ ਇਸ ਮੋਬਾਈਲ ਨੇ ਸਾਡੇ ਆਪਸੀ ਸੰਵਾਦਾਂ ਨੂੰ ਘਟਾ ਦਿੱਤਾ ਹੈ ਡੰਡੀ। ਹੁਣ ਅਸੀਂ ਇੱਕ ਦੂਜੇ ਨਾਲ ਆਪਣੇ ਮਤਲਬ ਲਈ ਹੀ ਗੱਲਬਾਤ ਕਰਦੇ ਹਾਂ ਡੰਡੀ। ਡਾਕਟਰ ਜਾਵੇਦ ਮੁਹੰਮਦ ਦਾ ਇਹ ਵੀਡੀਓ ਸਾਡੇ ਮੋਬਾਈਲ ਦੀ ਵਰਤੋਂ ਕਰਨ ਦੇ ਢੰਗ ਉੱਤੇ ਵਿਅੰਗ ਹੈ ਡੰਡੀ। ਉਹਨਾਂ ਨੇ ਮਾਈਕ ਅੱਗੇ ਬੋਲਣ ਦੀ ਝਿਜਕ ਪਾਰ ਕਰ ਲਈ ਅਤੇ ਉਹ ਲਾਮਬੰਦ ਹੋ ਗਏ ਡੰਡੀ। ਹੁਣ ਤੱਕ ਲੋਕ ਰਾਜਨੀਤਿਕ ਤਾਕਤ ਅੱਗੇ ਸਵਾਲ ਕਰਨ ਤੋਂ ਅਸਮਰੱਥ ਸਨ, ਲੇਕਿਨ ਕਿਸਾਨ ਅੰਦੋਲਨ ਨੇ ਇਹ ਪਰਦਾ ਚੁੱਕ ਦਿੱਤਾ ਡੰਡੀ। ਕਿਸਾਨਾਂ ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਸੰਘਰਸ਼ ਦਾ ਵੇਰਵਾ ਪਾ ਕੇ ਸਿਆਸੀ ਸਰਗਰਮੀਆਂ ਤੋਂ ਰੋਕਿਆ ਡੰਡੀ। ਲੀਡਰਾਂ ਤੇ ਉਹਨਾਂ ਦੇ ਸਮਾਗਮਾਂ ਦਾ ਘਿਰਾਓ ਹੋਣ ਲੱਗਾ ਡੰਡੀ। ਕਿਸਾਨ ਅੰਦੋਲਨ ਨੇ ਰਾਜਾਂ ਦੇ ਸਬੰਧਾਂ ਨੂੰ ਨਵਾਂ ਰੂਪ ਦਿੱਤਾ ਡੰਡੀ। ਜਦ ਕਿਸਾਨ ਅੰਦੋਲਨ ਦਾ ਸਮਾਂ ਲੰਬਾ ਹੋਣ ਲੱਗਾ ਤਾਂ ਪੰਜਾਬ ਦੇ ਕਿਸਾਨ ਬਦਲ ਬਦਲ ਕੇ ਹਾਜ਼ਰੀ ਭਰਨ ਲੱਗੇ ਡੰਡੀ। ਇਹਨਾਂ ਆਉਂਦੇ ਜਾਂਦੇ ਕਿਸਾਨਾਂ ਨੂੰ ਹਰਿਆਣੇ ਦੇ ਲੋਕ ਰੋਕ ਰੋਕ ਕੇ ਰੋਟੀ ਪਾਣੀ ਦੀ ਸੇਵਾ ਕਰਨ ਲੱਗੇ ਡੰਡੀ। ਵੇਖਦਿਆਂ ਵੇਖਦਿਆਂ ਪੂਰਾ ਉੱਤਰੀ ਖਿੱਤਾ ਇੱਕ ਘਰ ਪ੍ਰਤੀਤ ਹੋਣ ਲੱਗ ਪਿਆ ਡੰਡੀ। ਕਿਸਾਨ ਅੰਦੋਲਨ ਵੱਲੋਂ ਦੇਸ਼ ਬੰਦ ਦੀਆਂ ਤਰੀਕਾਂ ਦੇਣ ਸਮੇਂ ਇਹ ਅੰਦੋਲਨ ਪੂਰਬ ਤੇ ਉੱਤਰ ਵੱਲ ਫੈਲ ਗਿਆ ਡੰਡੀ। ਦੱਖਣੀ ਪ੍ਰਾਂਤਾਂ ਦੇ ਕਾਲਜ ਟੂਰ ਇਸ ਅੰਦੋਲਨ ਨੂੰ ਵੇਖਣ ਆਏ ਡੰਡੀ। ਪੂਰੇ ਦੇਸ਼ ਤੋਂ ਡਾਕਟਰ ਬੁੱਧੀਜੀਵੀ ਸਾਹਿਤਕਾਰ ਇਸ ਅੰਦੋਲਨ ਵਿੱਚ ਪੱਕੀ ਹਾਜ਼ਰੀ ਭਰਦੇ ਰਹੇ ਡੰਡੀ। ਲੋਕਾਂ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਲਈ ਸਿੰਘੂ ਬਾਰਡਰ ਮਨ ਭਾਉਂਦੀ ਥਾਂ
बन गई सी डंडी। इस अंदोलन ने डॉक्टर स्वैमान सिंह जहे देश प्रेमियों नूं चुंबक वांग खिंचिया ਅਤੇ ਭਾਈ ਲਾਲੋ ਦੇ ਵਾਰਸਾਂ ਜਹੇ ਰਾਣਿਆਂ ਨੂੰ ਮਾਣ ਬਖਸ਼ਿਆ। ਡੰਡੀ ਪੈਰਾ। किसान अंदोलन ने औरतों नूं माण बख्शिया। डंडी। कई व्यक्ति अपने परिवार भी नाल लैके गए। डंडी। अंदोलन दौरान स्कूलों का होमवर्क करते बच्चे विदेशों विच अखबारां दियां सुर्खियां बने। डंडी। चुल्हियां विच लट लट मचदी अग, रोटियां पकाउंदियां मावां जिंदाबाद ਦੇ ਨਾਰੇ ਲਾਉਣ ਲੱਗੀਆਂ। ਡੰਡੀ। ਭੈਣਾਂ ਅਤੇ ਮਾਵਾਂ ਦੇ ਰੋਹ ਵਿੱਚ ਅੰਦੋਲਨ ਲਾਲ ਸੁਰਖ ਹੋਣ ਲੱਗਾ। ਡੰਡੀ। ਦੁੱਖ ਅਤੇ ਜਬਰ ਝੱਲਦੇ ਲੋਕਾਂ ਦੀਆਂ ਸਾਂਝਾਂ ਪੱਕੀਆਂ ਪੀੜ੍ਹੀਆਂ ਹੁੰਦੀਆਂ ਹਨ। ਡੰਡੀ। ਉੱਥੇ ਵਸਦੇ ਪਰਿਵਾਰਾਂ ਅਤੇ ਕਿਸਾਨਾਂ ਦੀਆਂ ਸਾਂਝਾਂ ਪੱਕੇ ਰੰਗਾਂ ਵਾਂਗ ਝਲਕਣ ਲੱਗ ਪਈਆਂ ਸਨ। ਡੰਡੀ। ਫੁੱਟ ਪਾਊ ਤਾਕਤਾਂ ਦੇ ਅਥਾਹ ਯਤਨਾਂ ਦੇ ਬਾਵਜੂਦ ਇਹ ਸਾਂਝਾਂ ਅਡੋਲ ਰਹੀਆਂ ਅਤੇ ਅੰਤਲੇ ਸਮੇਂ ਹੰਝੂਆਂ ਵਿੱਚ ਵਹਿ ਤੁਰੀਆਂ ਸਨ। ਡੰਡੀ। ਇਸ ਅੰਦੋਲਨ ਨੇ ਲੋਕ ਸਾਂਝ ਨੂੰ ਅਥਾਹ ਮਾਣ ਬਖਸ਼ਿਆਰ। ਔਰਤਾਂ ਇਸ ਮਾਣ ਦਾ ਤਾਜ ਹਨ। ਡੰਡੀ ਪੈਰਾ। ਇੱਕ ਵਿਧਵਾ ਔਰਤ ਕਿਸਾਨ ਅੰਦੋਲਨ ਦਾ ਵਿਸ਼ੇਸ਼ ਹਿੱਸਾ ਬਣੀ। ਡੰਡੀ। ਆਮ ਤੌਰ 'ਤੇ ਦੁਖੀ ਬੰਦੇ ਖਾਸ ਕਰ ਔਰਤ ਜ਼ਿੰਦਗੀ ਦੇ ਦੁੱਖਾਂ ਨਾਲ ਸਮਝੌਤਾ ਕਰਕੇ ਜ਼ਿੰਦਗੀ ਮੁਕਾਉਣ ਦੀ ਸਥਿਤੀ ਲਈ ਮਜਬੂਰ ਹੋ ਕੇ ਰਹਿ ਜਾਂਦੇ ਹਨ। ਡੰਡੀ। ਉਸ ਔਰਤ ਦਾ ਪਤੀ ਸ਼ਰਾਬ ਪੀਣ ਕਾਰਨ ਮਰਿਆ ਅਤੇ ਸ਼ਰਾਬ ਲਈ ਸਾਰੀ ਜਾਇਦਾਦ ਵੇਚ ਗਿਆ। ਡੰਡੀ। ਸਾਰੇ ਅੰਦੋਲਨ ਦੌਰਾਨ ਉਹ ਇੱਕੋ ਹੀ ਲਾਈਨ ਦਾ ਸੁਨੇਹਾ ਦਿੰਦੀ ਰਹੀ, ਮੇਰੇ ਬੱਚਿਆਂ ਕੋਲੋਂ ਜ਼ਮੀਨ ਖੁੱਸ ਗਈ ਸੀ, ਤੁਸੀਂ ਸਾਵਧਾਨ ਰਹਿਣਾ ਤੁਹਾਡੇ ਬੱਚਿਆਂ ਕੋਲੋਂ ਨਾ ਖੁੱਸ ਜਾਵੇ। ਡੰਡੀ। ਸ਼ਰਾਬ ਨੇ ਪੰਜਾਬ ਦਾ ਘਾਣ ਕੀਤਾ ਹੈ, ਖਾਸ ਕਰ ਕਿਸਾਨਾਂ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ। ਡੰਡੀ। ਇਸ ਔਰਤ ਦੀ ਜ਼ਿੰਦਗੀ ਇਸ ਦੁਖਾਂਤ ਦਾ ਪ੍ਰਤੀਕ ਹੈ। ਡੰਡੀ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪਰ ਅੱਜ ਦੀਆਂ ਮੁਹਿੰਮਾਂ ਸਾਡੇ ਆਪਣੇ ਸਿਸਟਮ ਦੀ ਹੀ ਦੇਣ ਹਨ ਅਤੇ ਇਹਨਾਂ ਦੀ ਹੋਂਦ ਸਦੀਵੀ ਹੈ। ਡੰਡੀ। ਮੁਨਾਫੇ ਦੇ ਹਾਸ਼ੀਏ ਤੋਂ ਬਾਹਰ ਹੋਇਆ ਖੇਤੀ ਧੰਦਾ, ਲੜਖੜਾਈ ਆਰਥਿਕਤਾ, ਬੇਰੁਜ਼ਗਾਰੀ, ਨਸ਼ੇ, ਵਿਆਹਾਂ 'ਤੇ ਬੇਲੋੜੇ ਖਰਚੇ, ਵਸੋਂ ਦੀ ਲਗਾਤਾਰ ਘਟਦੀ ਜਾ ਰਹੀ ਜਨਨ ਦਰ ਅਤੇ ਵਿਦੇਸ਼ ਜਾਣ ਦੀ ਹੋੜ ਪੰਜਾਬ ਨੂੰ ਹਰ ਪਲ ਪੈਂਦੇ ਵੱਡੇ ਵੱਡੇ ਘਾਟੇ ਹਨ। ਡੰਡੀ। ਜੇ ਅਸੀਂ ਇਸ ਸਮੇਂ ਵੀ ਪੰਜਾਬ ਲਈ ਕੁਝ ਨਹੀਂ ਕਰ ਸਕੇ ਤਾਂ ਸਾਡੀ ਹਾਲਤ ਵਾਰਸ ਦੀਆਂ ਇਹਨਾਂ ਸਤਰਾਂ ਵਰਗੀ ਹੋਵੇਗੀ। ਲੈ ਵੇ ਰਾਂਝਿਆ ਰੱਬ ਨੂੰ ਸੌਂਪਿਆ ਤੂੰ, ਅਸੀਂ ਜ਼ਾਲਮਾਂ ਦੇ ਵਸ ਪੈ ਚੱਲੇ ਵੇ, ਜਿਹੜੇ ਨਾਲ ਖਿਆਲ ਉਸਾਰਦੇ ਸੀ ਖਾਨੇ ਸਭ ਉਮੀਦ ਦੇ ਢਹਿ ਚੱਲੇ ਵੇ। ਡੰਡੀ। ਇਸ ਵੇਲੇ ਸਾਰੇ ਸੰਕੇਤ ਇਹ ਹਨ ਕਿ ਕਿਸੇ ਪਾਰਟੀ ਨੂੰ ਵੀ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੋਵੇਗਾ, ਪਰ ਪੰਜਾਬ ਦੇ
ਸਿਆਸੀ ਦ੍ਰਿਸ਼ ਦਾ ਲੰਮੇ ਚਿਰ ਤੋਂ ਵਿਸ਼ਲੇਸ਼ਣ ਕਰਦੇ ਆਏ ਮਾਹਿਰਾਂ ਦਾ ਵਿਚਾਰ ਹੈ ਕਿ ਚੋਣਾਂ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਦੇ ਵੋਟਰਾਂ ਦਾ ਝੁਕਾਅ ਉਸ ਪਾਰਟੀ ਵੱਲ ਹੋ ਜਾਂਦਾ ਹੈ ਜੋ ਬਹੁਮਤ ਪ੍ਰਾਪਤ ਕਰਨ ਵੱਲ ਵੱਧ ਰਹੀ ਹੋਵੇ। ਡੰਡੀ ਇਸ ਦਲੀਲ ਨੂੰ ਸਿੱਧ ਕਰਨ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਉਦਾਹਰਨ ਦਿੱਤੀ ਜਾਂਦੀ ਹੈ। ਡੰਡੀ ਇਸ ਵਾਰ ਕੋਵਿਡ ਕਾਰਨ ਚੋਣ ਪ੍ਰਚਾਰ ਬਹੁਤ ਸੀਮਤ ਪੱਧਰ 'ਤੇ ਹੋ ਰਿਹਾ ਹੈ। ਡੰਡੀ ਲੋਕ ਸਿਆਸੀ ਆਗੂਆਂ ਨੂੰ ਮੁਸ਼ਕਲ ਸਵਾਲ ਵੀ ਪੁੱਛ ਰਹੇ ਹਨ। ਡੰਡੀ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਕੁਝ ਹਲਕਿਆਂ ਵਿੱਚ ਹੁੰਗਾਰਾ ਮਿਲਿਆ ਹੈ, ਪਰ ਪਾਰਟੀ ਅਜੇ ਤੱਕ ਆਪਣਾ ਚੋਣ ਬਿਰਤਾਂਤ ਨਹੀਂ ਸਿਰਜ ਸਕੀ। ਡੰਡੀ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕੇ ਅਨਿਸ਼ਚਿਤਤਾ ਨੂੰ ਖਤਮ ਤਾਂ ਜ਼ਰੂਰ ਕੀਤਾ ਹੈ, ਪਰ ਇਸ ਤੋਂ ਮਿਲਣ ਵਾਲੇ ਫਾਇਦੇ ਦਾ ਪਤਾ ਆਉਣ ਵਾਲੇ ਦਿਨਾਂ ਵਿੱਚ ਹੀ ਲੱਗੇਗਾ। ਡੰਡੀ ਹੁਣ ਮੈਂ ਤੁਹਾਨੂੰ ਮੋਬਾਈਲ ਨਾਲ ਜੁੜੀ ਸੱਚੀ ਘਟਨਾ ਦੱਸਦਾ ਹਾਂ। ਡੰਡੀ ਇੱਕ ਨੌਕਰੀ ਪੇਸ਼ਾ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਕੰਮਾਂ ਤੋਂ ਛੁੱਟੀ ਸੀ। ਡੰਡੀ ਸਾਰੇ ਰੋਟੀ ਪਾਣੀ ਖਾ ਕੇ ਆਪਣੇ ਆਪਣੇ ਕਮਰਿਆਂ ਵਿੱਚ ਵੜੇ ਹੋਏ ਸਨ। ਡੰਡੀ ਸਾਰੇ ਆਪਣੇ ਕੰਨਾਂ ਨੂੰ ਈਅਰਫੋਨ ਲਗਾ ਕੇ ਆਪਣੇ ਮੋਬਾਈਲਾਂ ਨਾਲ ਚਿੰਬੜੇ ਹੋਏ ਸਨ। ਡੰਡੀ ਉਹਨਾਂ ਦੇ ਬਜ਼ੁਰਗ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ। ਡੰਡੀ ਉਹ ਆਪਣੇ ਕਮਰੇ ਵਿੱਚ ਇਕੱਲਾ ਹੀ ਸੀ ਕਿਉਂਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਡੰਡੀ ਉਹ ਦਿਲ ਦੇ ਪਏ ਦੌਰੇ ਦੌਰਾਨ ਪਾਣੀ ਦੀ ਘੁੱਟ ਨੂੰ ਤਰਸਦਾ ਰਿਹਾ। ਡੰਡੀ ਉਹ ਆਪਣੇ ਨੂੰਹਾਂ ਪੁੱਤਰਾਂ ਨੂੰ ਆਵਾਜ਼ਾਂ ਮਾਰਦਾ ਰਿਹਾ, ਪਰ ਕਿਸੇ ਦੇ ਕੰਨੀ ਉਸਦੀ ਦਰਦ ਭਰੀ ਆਵਾਜ਼ ਨਹੀਂ ਪਹੁੰਚੀ। ਡੰਡੀ ਜਦੋਂ ਉਹ ਆਪਣੇ ਬਜ਼ੁਰਗ ਨੂੰ ਹਸਪਤਾਲ ਲੈ ਕੇ ਪਹੁੰਚੇ ਉਦੋਂ ਦੇਰ ਹੋ ਚੁੱਕੀ ਸੀ। ਡੰਡੀ ਡਾਕਟਰ ਨੇ ਉਸ ਨੂੰ ਚੈੱਕ ਕਰਨ ਤੋਂ ਬਾਅਦ ਕਿਹਾ ਕਿ ਇਸ ਦੀ ਮੌਤ 2 ਘੰਟੇ ਪਹਿਲਾਂ ਹੋ ਚੁੱਕੀ ਹੈ। ਡੰਡੀ ਅਜੋਕੇ ਮਾਹੌਲ ਵਿੱਚ ਮਾਂ ਬਾਪ ਆਪਣੀ ਧੀ ਨੂੰ ਰਸੋਈ ਵਿੱਚ ਵਰਤਣ ਵਾਲਾ ਪੂਰਾ ਸਮਾਨ ਦੇਣ ਜਾਂ ਨਾ ਦੇਣ, ਪਰ ਐਪਲ ਦਾ ਮੋਬਾਈਲ ਜ਼ਰੂਰ ਦਿੰਦੇ ਹਨ। ਡੰਡੀ ਹਸਪਤਾਲ ਵਿੱਚ ਡਾਕਟਰ ਨੂੰ ਵਿਖਾਉਣ ਨੂੰ ਗਿਆ ਵੀ ਅਸੀਂ ਆਪਣੀ ਵਾਰੀ ਦੀ ਉਡੀਕ ਕਰਦਿਆਂ ਆਪਣੇ ਮੋਬਾਈਲ ਵਿੱਚ ਰੁੱਝੇ ਹੋਏ ਹੁੰਦੇ ਹਾਂ। ਡੰਡੀ ਹੁਣ ਅਸੀਂ ਰੱਬ ਦਾ ਨਾਂ ਵੀ ਆਪਣੇ ਮੂੰਹ ਤੋਂ ਜਪਣ ਦੀ ਬਜਾਏ ਮੋਬਾਈਲ ਤੋਂ ਹੀ ਸੁਣ ਲੈਂਦੇ ਹਾਂ। ਡੰਡੀ ਡਾਕਟਰ ਦੀ ਸਲਾਹ ਤੋਂ ਬਗੈਰ ਹੀ ਮੋਬਾਈਲ 'ਤੇ ਵੇਖ ਕੇ ਦਵਾਈ ਲੈ ਲੈਂਦੇ ਹਾਂ। ਡੰਡੀ ਇੱਕ ਅਮੀਰ ਪਰਿਵਾਰ ਦੇ ਪਤੀ ਪਤਨੀ ਆਪਣੇ ਛੋਟੇ ਬੱਚੇ ਨੂੰ ਕਿਸੇ ਵੱਡੇ ਹਸਪਤਾਲ ਵਿੱਚ ਚੈੱਕ ਕਰਵਾਉਣ ਲਈ ਗਈ ਕਿਉਂਕਿ ਉਹ ਜ਼ਿਆਦਾ ਸਮਾਂ ਰੋਂਦਾ ਹੀ ਰਹਿੰਦਾ ਸੀ। ਡੰਡੀ ਉਹਨਾਂ ਨੂੰ ਡਰ ਸੀ ਕਿ ਉਹਨਾਂ ਦੇ ਬੱਚੇ ਨੂੰ ਕੋਈ ਬਿਮਾਰੀ ਨਾ ਹੋਵੇ। ਡੰਡੀ ਡਾਕਟਰ ਨੇ ਬੱਚੇ ਦੇ ਸਾਰੇ ਟੈਸਟ ਕਰਵਾਏ। ਡੰਡੀ ਉਸਨੂੰ ਕੋਈ ਬਿਮਾਰੀ ਨਹੀਂ ਨਿਕਲੀ। ਡੰਡੀ ਉਸਨੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਬੱਚਾ ਬਿਲਕੁਲ ਤੰਦਰੁਸਤ ਹੈ, ਪਰ ਫਿਰ ਵੀ ਤੁਸੀਂ ਇਸ ਸੰਬੰਧੀ ਮਨੋਵਿਗਿਆਨਕ ਡਾਕਟਰ ਦੀ ਸਲਾਹ ਲੈ ਲਓ। ਡੰਡੀ ਮਨੋਵਿਗਿਆਨਕ ਡਾਕਟਰ ਨੇ ਉਸ ਪਤੀ ਪਤਨੀ ਦੇ ਘਰ ਦੀ ਹਿਸਟਰੀ ਸੁਣ ਕੇ ਉਹਨਾਂ ਨੂੰ ਸਲਾਹ ਦਿੱਤੀ ਕਿ ਆਪਣੇ ਬੱਚੇ ਨੂੰ ਪਿਆਰ ਦਿਓ, ਇਹ ਰੋਣ
ਤੋਂ ਆਪਣੇ ਆਪ ਚੁੱਪ ਹੋ ਜਾਵੇਗਾ। ਡੰਡੀ। ਇਸ ਮੋਬਾਈਲ ਨੇ ਸਾਡੇ ਸਬੰਧਾਂ ਵਿੱਚ ਸ਼ੱਕ ਦੀਆਂ ਕੰਧਾਂ ਵੀ ਖੜੀਆਂ ਕਰ ਦਿੱਤੀਆਂ ਹਨ। ਡੰਡੀ। ਅਸੀਂ ਘਰ ਤੋਂ ਬਾਹਰ ਜਾਣ ਲੱਗਿਆਂ ਆਪਣਾ ਰੋਟੀ ਵਾਲਾ ਡੱਬਾ ਤਾਂ ਭੁੱਲ ਜਾਂਦੇ ਹਾਂ, ਪਰ ਮੋਬਾਈਲ ਨਹੀਂ। ਡੰਡੀ। ਕਈ ਜਵਾਨ ਬੱਚੇ ਤਾਂ ਪਖਾਨੇ ਵਿੱਚ ਵੀ ਇਸ ਨੂੰ ਨਾਲ ਲੈ ਕੇ ਜਾਂਦੇ ਹਨ। ਡੰਡੀ। ਸਿੱਖਿਆ ਸੰਸਥਾਵਾਂ, ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿੱਚ ਇਸ ਦੀ ਵਰਤੋਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਡੰਡੀ। ਪੜ੍ਹਨ ਵਾਲੇ ਬੱਚਿਆਂ ਪ੍ਰਤੀ ਉਹਨਾਂ ਦੇ ਮਾਪਿਆਂ ਨੂੰ ਹਰ ਵੇਲੇ ਸ਼ਿਕਾਇਤ ਰਹਿੰਦੀ ਹੈ ਕਿ ਉਹ ਪੜ੍ਹਨ ਦੀ ਬਜਾਏ ਮੋਬਾਈਲ ਦੀ ਵਰਤੋਂ ਕਰਦੇ ਹਨ। ਡੰਡੀ। ਕਿਸੇ ਹੱਦ ਤੱਕ ਉਹਨਾਂ ਦੀ ਇਹ ਸ਼ਿਕਾਇਤ ਠੀਕ ਵੀ ਹੁੰਦੀ ਹੈ। ਡੰਡੀ। ਸਰਕਾਰ ਤੋਂ ਨੀਲੇ ਪੀਲੇ ਕਾਰਡਾਂ ਤੋਂ ਮੁਫਤ ਸਹੂਲਤਾਂ ਲੈਣ ਵਾਲੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਕੋਲ ਮਹਿੰਗੇ ਮੋਬਾਈਲ ਜ਼ਰੂਰ ਹੁੰਦੇ ਹਨ। ਡੰਡੀ। ਬੱਚੇ ਪੜ੍ਹਾਈ ਵਿੱਚ ਭਾਵੇਂ ਕਮਜ਼ੋਰ ਹੋਣ, ਪਰ ਉਹਨਾਂ ਨੂੰ ਮੋਬਾਈਲ ਬਾਰੇ ਸਭ ਕੁਝ ਪਤਾ ਹੁੰਦਾ ਹੈ। ਡੰਡੀ। ਜੇ ਅਸੀਂ ਚਾਹੁੰਦੇ ਹਾਂ ਕਿ ਮੋਬਾਈਲ ਦੀ ਵਰਤੋਂ ਸਾਡੀ ਜ਼ਿੰਦਗੀ ਲਈ ਸਰਾਪ ਨਾ ਬਣ ਜਾਏ, ਤਾਂ ਸਾਨੂੰ ਡਾਕਟਰ ਜਾਵੇਦ ਮੁਹੰਮਦ ਦੇ ਵੀਡੀਓ ਦੇ ਅਰਥਾਂ ਨੂੰ ਸਮਝਣਾ ਪਵੇਗਾ। ਡੰਡੀ। ਭਾਰਤ ਦੇ ਖੇਤੀ ਉਪਜ ਵੇਚਣ ਵਾਲੇ ਕਰੋੜਾਂ ਲੋਕਾਂ ਦਾ ਉਹਨਾਂ ਨੂੰ ਮਿਲਣ ਵਾਲੀ ਕੀਮਤ 'ਤੇ ਕੋਈ ਕੰਟਰੋਲ ਨਹੀਂ ਹੈ, ਜੋ ਕਿ ਗੈਰ ਖੇਤੀਬਾੜੀ ਦੇ ਖੇਤਰ ਦੇ ਉਲਟ ਹੈ, ਜਿੱਥੇ ਸਿਰਫ ਕੁਝ ਹੀ ਵਿਕਰੇਤਾ ਹਨ ਜੋ ਆਪਣੀ ਪੈਦਾਵਾਰੀ ਲਾਗਤ ਦੇ ਆਧਾਰ 'ਤੇ ਆਪਣੀ ਕੀਮਤ ਤੈਅ ਕਰਦੇ ਹਨ। ਡੰਡੀ। ਇਸ ਲਾਗਤ 'ਤੇ ਉਹ ਬਾਜ਼ਾਰ ਵਿੱਚ ਆਪਣੀ ਏਕਾਧਿਕਾਰ ਦੀ ਡਿਗਰੀ ਦੇ ਆਧਾਰ 'ਤੇ ਮੁਨਾਫਾ ਕਮਾਉਂਦੇ ਹਨ। ਡੰਡੀ। ਸਾਲ ਦਰ ਸਾਲ ਘਾਟਾ ਪੈਣ 'ਤੇ ਇਹ ਕਾਰੋਬਾਰ ਬੰਦ ਹੋ ਜਾਂਦੇ ਹਨ, ਪਰ ਕਿਸਾਨ ਦੁਕਾਨਾਂ ਬੰਦ ਨਹੀਂ ਕਰ ਸਕਦੇ, ਕਿਉਂਕਿ ਇਹ ਉਹਨਾਂ ਦੀ ਹੋਂਦ ਅਤੇ ਜ਼ਿੰਦਗੀ ਦਾ ਸਵਾਲ ਹੈ। ਡੰਡੀ। ਉਹਨਾਂ ਕੋਲ ਕੋਈ ਬਦਲਵਾਂ ਵਧੀਆ ਕੰਮ ਨਾ ਹੋਣ ਕਰਕੇ ਉਹ ਇਸ ਪਿਤਾ ਪੁਰਖੀ ਕੰਮ ਨਾਲ ਜੁੜੇ ਰਹਿੰਦੇ ਹਨ। ਡੰਡੀ। ਜਿਹੜੇ ਲੋਕ ਸਥਾਈ ਤੌਰ 'ਤੇ ਜਾਂ ਮੌਸਮੀ ਤੌਰ 'ਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਵਾਸ ਕਰਦੇ ਹਨ, ਉਹ ਅਸੰਗਠਿਤ ਖੇਤਰ ਵਿੱਚ ਸ਼ਾਮਿਲ ਹੁੰਦੇ ਹਨ, ਘੱਟ ਉਜਰਤਾਂ 'ਤੇ ਕੰਮ ਕਰਦੇ ਹਨ ਅਤੇ ਮਾੜੇ ਹਾਲਾਤਾਂ ਵਿੱਚ ਗੈਰ ਕਾਨੂੰਨੀ ਝੁੱਗੀਆਂ ਵਿੱਚ ਰਹਿੰਦੇ ਹਨ। ਡੰਡੀ। ਅਜਿਹੀ ਸਥਿਤੀ ਵਿੱਚ ਨੀਤੀਆਂ ਵਿੱਚ ਸੁਧਾਰ ਅਤੇ ਮਾਨਸਿਕਤਾ ਵਿੱਚ ਤਬਦੀਲੀ ਦੀ ਲੋੜ ਹੈ। ਡੰਡੀ। ਖੇਤੀ ਨੂੰ ਗੈਰ ਖੇਤੀਬਾੜੀ ਵਰਗਾ ਨਹੀਂ ਸਮਝਿਆ ਜਾ ਸਕਦਾ। ਡੰਡੀ। ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਤਕਨਾਲੋਜੀ ਅਤੇ ਨਿਵੇਸ਼ ਦੀਆਂ ਨੀਤੀਆਂ ਸਹੀ ਬਣਾਉਣ, ਮਜ਼ਦੂਰਾਂ ਨੂੰ ਰੋਜੀ ਰੋਟੀ ਲਈ ਉਜਰਤ ਦੇਣ, ਟੈਕਸਾਂ ਦੀਆਂ ਨੀਤੀਆਂ ਨੂੰ ਸੋਧਣ, ਖੇਤੀ ਮੰਡੀਆਂ ਵਿੱਚ ਸਰਕਾਰੀ ਦਖਲ ਅੰਦਾਜ਼ੀ ਦੀ ਲੋੜ ਹੈ। ਡੰਡੀ। ਕੀ ਭਾਰਤੀ ਅਰਥਚਾਰੇ ਦਾ ਅਜਿਹਾ ਇਨਕਲਾਬੀ ਬਦਲਾਅ ਸੰਭਵ ਹੈ? ਪ੍ਰਸ਼ਨ ਚਿੰਨ੍ਹ। ਸ਼ਹਿਰੀ ਅਤੇ ਉਦਯੋਗਿਕ ਕੁਲੀਨ ਵਰਗ ਆਰਥਿਕਤਾ ਦੇ ਅਜਿਹੇ ਬਦਲਾਅ ਦਾ ਵਿਰੋਧ ਕਰਦੇ ਹਨ ਅਤੇ ਇਸ ਨੂੰ ਰੱਦ ਕਰਦੇ ਹਨ। ਡੰਡੀ। ਸਿਆਸੀ ਪਾਰਟੀਆਂ ਵੀ ਅਜਿਹੇ ਬਦਲਾਅ ਦਾ ਸਮਰਥਨ ਨਹੀਂ ਕਰਦੀਆਂ, ਕਿਉਂਕਿ ਉਹ ਵੀ ਵੱਡੇ ਕਾਰੋਬਾਰੀਆਂ ਦੇ ਹਿੱਤ ਲਈ ਕੰਮ ਕਰਦੀਆਂ ਹਨ। ਡੰਡੀ। ਅਜਿਹੇ ਬਦਲਾਅ ਨੂੰ ਕਾਲਪਨਿਕ ਦਰਸਾ ਕੇ ਸੈਂਕੜੇ ਮੁਸ਼ਕਲਾਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ ਅਤੇ ਇਸ ਨੂੰ ਚੋਣ ਪ੍ਰਚਾਰ ਅਤੇ ਵਾਅਦਿਆਂ
ਤੋਂ ਪਰੇ ਰੱਖਿਆ ਜਾਂਦਾ ਹੈ। ਡੰਡੀ। ਅਮੀਰ ਦੇਸ਼ ਜਿਵੇਂ ਕਿ ਅਮਰੀਕਾ ਅਤੇ ਯੂਰਪੀ ਯੂਨੀਅਨ ਮੰਨਦੇ ਹਨ ਕਿ ਖੇਤੀਬਾੜੀ ਬਾਜ਼ਾਰ ਅਸਫਲ ਹਨ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਵੱਡੇ ਸਰਕਾਰੀ ਦਖਲ ਦੀ ਲੋੜ ਹੈ ਅਤੇ ਇਸ ਕਰਕੇ ਹੀ ਉਹਨਾਂ ਦੇ ਕਿਸਾਨਾਂ ਨੂੰ ਵੱਡੀਆਂ ਸਬਸਿਡੀਆਂ ਮਿਲਦੀਆਂ ਹਨ। ਡੰਡੀ। ਇਹਨਾਂ ਦੇਸ਼ਾਂ ਵਿੱਚ ਅਜਿਹਾ ਸੰਭਵ ਹੈ ਕਿਉਂਕਿ ਉਹਨਾਂ ਦਾ ਆਬਾਦੀ ਦਾ ਇੱਕ ਮਾਮੂਲੀ ਹਿੱਸਾ ਖੇਤੀ 'ਤੇ ਨਿਰਭਰ ਕਰਦਾ ਹੈ। ਡੰਡੀ। ਭਾਰਤ ਵਿੱਚ ਤਕਰੀਬਨ ਅੱਧੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਡੰਡੀ। ਦੇਸ਼ ਵਿੱਚ ਸੰਚਾਲਨ ਦੇ ਪੈਮਾਨੇ, ਹੁਨਰ ਦੇ ਪੱਧਰ, ਪੂੰਜੀ ਤੱਕ ਪਹੁੰਚ ਅਤੇ ਮਾਰਕੀਟਿੰਗ ਆਦਿ ਦੇ ਪਰਿਪੇਖ ਤੋਂ ਸਮਾਜਿਕ ਆਰਥਿਕ ਸਥਿਤੀਆਂ ਬਹੁਤ ਵੱਖਰੀਆਂ ਹਨ ਅਤੇ ਇਸ ਲਈ ਇੱਥੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਵੱਖਰਾ ਹੋਣਾ ਚਾਹੀਦਾ ਹੈ। ਡੰਡੀ। ਇਸ ਲਈ ਮਸਲਾ ਇਹ ਵੀ ਹੈ ਕਿ ਖੇਤੀ ਵਿੱਚ 50% ਤੋਂ ਵੱਧ ਆਬਾਦੀ ਦੀ ਆਮਦਨੀ ਵਾਜਬ ਪੱਧਰ 'ਤੇ ਕਿਵੇਂ ਕਾਇਮ ਰੱਖੀ ਜਾਵੇ। ਪ੍ਰਸ਼ਨ ਚਿੰਨ੍ਹ। ਜੇਕਰ ਖੇਤੀਬਾੜੀ 'ਤੇ ਨਿਰਭਰ ਲੋਕਾਂ ਦੀ ਗਿਣਤੀ ਨੂੰ ਘਟਾਉਣਾ ਹੈ ਤਾਂ ਕੀ ਅਰਥ ਵਿਵਸਥਾ ਉਹਨਾਂ ਲੋਕਾਂ ਨੂੰ ਲਾਭਕਾਰੀ ਕੰਮ ਪ੍ਰਦਾਨ ਕਰ ਸਕਦੀ ਹੈ ਜੋ ਸਥਾਪਿਤ ਹੋ ਸਕਦੇ ਹਨ। ਪ੍ਰਸ਼ਨ ਚਿੰਨ੍ਹ। ਇਸ ਦੌਰ ਵਿੱਚ ਖੇਤੀ ਵਿਕਾਸ ਬਾਰੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਵਾਅਦਿਆਂ ਅਤੇ ਦਾਅਵਿਆਂ ਦੀ ਨੀਤੀ ਨਿਰਧਾਰਤ ਪੜਚੋਲ ਕਰਕੇ ਹੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਲੋੜ ਹੈ। ਡੰਡੀ। ਲੋਕਾਂ ਦੀ ਕਚਹਿਰੀ ਵਿੱਚ ਲੋਕਾਂ ਪ੍ਰਤੀ ਜਵਾਬਦੇਹੀ ਦੇ ਆਧਾਰ 'ਤੇ ਲੋਕਾਂ ਦੀ ਅਸਲੀ ਸਰਕਾਰ ਦੀ ਚੋਣ ਵੱਲ ਪਹਿਲ ਕਦਮੀ ਹੀ ਬਦਲਾਅ ਦਾ ਇੱਕੋ ਇੱਕ ਤਰੀਕਾ ਹੈ। ਡੰਡੀ।